ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਪਾਟੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਮੇਰੇ ਵੱਲੋਂ ਵੀ ਆਪ ਜੀ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਮਾਰਚ ਮਹੀਨਾ ਤੇ ਲੰਘ ਗਿਆ, ਅਪ੍ਰੈਲ ਮਈ ਚੱਲਦੀ ਹੈ ਨਾ ਜੀ। ਉਹ ਗਾਣਾ ਸੀ 31 ਮਾਰਚ ਦਾ ਦਿਨ ਵਧੀਆ, ਕੋਈ ਪੀਂਦਾ ਪਊਆ ਕੋਈ ਪੀਂਦਾ ਅਧੀਆ। ਬਿਲਕੁਲ ਜੀ, ਬਿਲਕੁਲ ਬਿਲਕੁਲ। ਉਹ ਠੇਕੇ ਟੁੱਟਦੇ ਸੀ ਨਾ ਉਦੋਂ। ਹਾਂਜੀ ਹਾਂਜੀ। ਪਰ ਪੰਜਾਬ ਸਰਕਾਰ ਠੇਕੇ ਥਾਣਿਆਂ ਦੇ ਵਿੱਚੋਂ ਸ਼ੁਰੂ ਕਰਨ ਲੱਗੀ ਹੈ। ਥਾਣਿਆਂ 'ਚ ਪਈ ਸ਼ਰਾਬ ਨੂੰ ਵੇਚੇਗੀ, ਖਜ਼ਾਨਾ ਭਰੇਗੀ। ਅੱਛਾ, ਕਾਰਖਾਨਿਆਂ ਨੂੰ ਵੇਚੀ ਜਾਵੇਗੀ ਅੱਧੇ ਮੁੱਲ ਤੇ। ਬਈ ਇਹ ਤਾਂ ਪੀਣ ਵਾਲਿਆਂ ਨਾਲ ਧੱਕਾ ਬਈ। ਨਹੀਂ, ਇਹ ਸ਼ਰੇਆਮ ਇਹ ਨਹੀਂ, ਇਹ ਭਾਈ ਭਗਵੰਤ ਮਾਨ ਸਿਆ ਤੇਰੇ ਲਈ ਠੀਕ ਨਹੀਂ ਹੈ ਯਾਰ। ਜੇ ਅੱਧੇ ਮੁੱਲ ਤੇ ਦੇਣੀ ਤੇ ਫਿਰ ਉਹਨਾਂ ਨੂੰ ਦੇ ਦਿਓ। ਅੱਛਾ, ਪਹਿਲੀ ਗੱਲ ਤਾਂ ਥਾਣਿਆਂ ਵਿੱਚ ਨਜਾਇਜ਼ ਸ਼ਰਾਬ ਜਿਹੜੀ ਉਹ ਘਰ ਦੀ ਕੱਢੀ ਹੁੰਦੀ ਆ। ਜੀ ਜੀ ਜੀ। ਤੇ ਖਜ਼ਾਨਾ ਭਰਨ ਵਾਸਤੇ ਸਰਕਾਰ ਜੀ ਇਹ ਕੰਮ ਕਰਨ ਲੱਗੇ ਨੇ। ਤੁਹਾਡੇ ਕੋਲੋਂ ਜਾਣਨਾ ਚਾਹਾਂਗੇ, ਕੀ ਕਹਿਣਾ ਚਾਹੋਗੇ? ਜਿਹੜੀ ਸਰਕਾਰ ਦੀ ਪਾਲਿਸੀ ਹੈ ਜੀ, ਇਸ ਤੋਂ ਪਹਿਲਾਂ ਜਿਹੜੀ ਥਾਣਿਆਂ 'ਚ ਸ਼ਰਾਬ ਫੜੀ ਜਾਂਦੀ ਸੀ, ਉਹ ਇਹ ਦਾਅਵਾ ਕਰ ਰਹੇ ਕਿ ਡੋਲ ਕੀਤੀ ਜਾਂਦੀ, ਪਰ ਮੈਂ ਇਹਨਾਂ ਸਹਿਮਤ ਨਹੀਂ। ਕਿਉਂ ਸਹਿਮਤ ਨਹੀਂ? ਇੱਕ ਅਦਾਲਤ 'ਚ ਕੇਸ ਕਿਹਾ, US ਗੇਰਾ ਇੱਥੇ ਜੱਜ ਸਨ, ਤੇ ਅਦਾਲਤ 'ਚ ਕੇਸ ਕਿਹਾ ਤੇ ਜਿਹੜੀ ਸੈਂਪਲ ਦਿੱਤਾ ਇੱਕ ਬੋਤਲ ਚੋਂ ਕੱਢ ਕੇ ਕਿ ਅਸਲੀ ਮੈਕਡਾਵਲ ਦੀ ਅਸਲੀ ਸ਼ਰਾਬ ਆ। ਕਹਿੰਦੇ ਠੀਕ ਹੈ ਜੀ, ਸੈਂਪਲ ਵੀ ਆ ਗਿਆ, ਵਾਕਈ ਸ਼ਰਾਬ ਆ। ਤੇ ਜਦੋਂ ਜਿਹੜੀ ਉਹ ਮਾਲ ਫੜਿਆ ਸੀ, ਇੱਕ ਕਰੇਟ 'ਚ ਬੰਦ ਸੀ, ਸੀਲ ਕੀਤਾ ਸੀ ਸਭ ਕੁਝ। ਜਿਹੜਾ ਵਕੀਲ ਸੀ ਮੁਜਰਮ ਦਾ, ਉਹ ਲੈ ਗਏ ਉੱਥੇ ਸ਼ਰਾਬ ਮੰਗਾ ਲਈ। ਪੇਟੀ ਜੋ ਕਿੱਥੇ ਲਈ ਜੀ ਤੁਸੀਂ ਫੜੀ ਇਹਦੇ ਕੋਲ? ਉਹ ਵਕੀਲ ਕਹਿੰਦਾ ਜੱਜ ਨੂੰ ਖੋਲ ਦੇ। ਜਦੋਂ ਉਹ ਖੋਲੀ ਤੇ ਉਹਨਾਂ ਬੋਤਲਾਂ ਦੇ ਵਿੱਚ ਰੰਗ ਪਾ ਕੇ ਤੇ ਪਾਣੀ ਭਰਿਆ ਸੀ। ਜੱਜ ਕਹਿੰਦਾ ਇਹ ਮਕਟਾਲੂ ਸ਼ਰਾਬ। ਕਹਿੰਦਾ ਮੈਂ ਸ਼ੌਕੀਨ ਆ, ਮੈਂ ਡੇਲੀ 2-4 ਪੈਕ ਲਾਉਣਾ ਸ਼ਰਾਬ। ਖੋਲੋ ਬੋਤਲ। ਉਹ ਕਹਿੰਦਾ ਸ਼ਰਾਬ ਆ ਯਾਰ, ਇਹ ਸ਼ਰਾਬ ਕਿੱਥੋਂ ਦੱਸੋ ਕਿਸੇ ਨੂੰ? ਉਹਨੇ ਬਹੁਤ ਡਾਂਟ ਵੀ ਕੀਤੀ ਪੁਲਿਸ ਤੇ। ਜਿਹੜਾ ਮੁਜਰਮ ਸੀਗਾ ਉਹਨੂੰ ਕਹਿੰਦਾ ਭੱਜ ਜਾ ਤੂੰ ਬਰੀ। ਮਤਲਬ ਮੈਂ ਇਹ ਗੱਲਾਂ ਸਹਿਮਤ ਇਸ ਕਰਕੇ ਨਹੀਂ ਵੀ ਜਿਹੜੀ ਫੜੀ ਹੁੰਦੀ ਹੈ ਤੇ ਪੁਲਿਸ ਵਾਲੇ ਪੀ ਜਾਂਦੇ ਆ ਤੇ ਪਾਣੀ ਮਿਲਣਾ। ਲੇਕਿਨ ਜਦੋਂ ਦੀ ਥੋੜੀ ਜਿਹੀ ਨਵੀਂ ਸਰਕਾਰੀ ਇਹ ਸਖਤੀ ਵੀ ਹੋਈ ਤੇ ਸ਼ਰਾਬ ਫੜੀ ਜਾਂਦੀ, ਉੱਥੇ ਸਟੋਰ ਵੀ ਹੁੰਦੀ। ਅੱਛਾ, ਜੱਜ ਸਾਹਿਬ ਨੇ ਕੁਰਸੀ ਤੇ ਬਹਿ ਕੇ ਪੀਤੀ ਤੇ ਉਹ ਮੈਕਡੋਨਲਡ ਕਿਹੜੀ ਸੀ? ਮੈਕਡਾਵਲ ਜੀ, ਮੈਕਡਾਵਲ ਨਹੀਂ ਨਿਕਲੀ। ਕਿਆ ਬਾਤ। ਠੀਕ। ਹੋਰ ਇੱਥੇ ਕੀ ਕੀਤਾ ਵੀ ਸ਼ਰਾਬ ਫੜੀ ਜਾਂਦੀ ਹੈ। ਇਹ ਸ਼ਰਾਬ ਆਮ ਤੌਰ ਤੇ ਚੰਡੀਗੜ੍ਹ ਤੋਂ ਲਿਆ ਕੇ ਪੰਜਾਬ ਚ ਵੇਚੀ ਜਾਂਦੀ, ਉੱਥੋਂ ਸਸਤੀ ਸ਼ਰਾਬ ਜਾਈ ਜਾਂਦੀ, ਇੱਥੇ ਮਹਿੰਗੀ ਵੇਚੀ ਜਾਂਦੀ। ਪੰਜਾਬ ਸ਼ਰਾਬ ਉੱਥੋਂ ਮਹਿੰਗੀ। ਇਹ ਲੱਖਾਂ ਲੀਟਰ ਸ਼ਰਾਬ ਫੜੀ ਜਾਂਦੀ, ਲੱਖਾਂ ਲੀਟਰ। ਇਹਦੇ ਨਾਲ ਵਿਦੇਸ਼ੀ ਸ਼ਰਾਬ ਫੜੀ ਜਾਂਦੀ ਹੈ। ਵਿਦੇਸ਼ੀ ਸ਼ਰਾਬ ਦੀ ਕੀਮਤ ਇੱਕ ਬੋਤਲ ਦੀ 15,000, 10,000 ਤੇ 25,000 ਵੀ ਹੈਗੀ। ਪੀਣ ਵਾਲੇ ਪੀਂਦੇ ਹੋਏ ਉਹ ਵੀ ਇਹਨਾਂ ਕੋਲ ਪਈ ਹੁੰਦੀ ਹੈ, ਖਾਸ ਕਰਕੇ ਐਕਸਾਈਜ਼ ਐਂਡ ਕਸਟਮ ਵਾਲਿਆਂ ਤੋਂ। ਹੁਣ ਸਰਕਾਰ ਨੇ ਇਹ ਫੈਸਲਾ ਕੀਤਾ ਵੀ ਸ਼ਰਾਬ ਡੋਲਣ ਦੀ ਲੋੜ ਕੀ, ਕਿਉਂ ਡੋਲ ਦਿੱਤੀ? 52 ਰੁਪਏ ਬਕਾਇਦਾ ਤੌਰ ਤੇ ਲੀਟਰ, ਪ੍ਰੂਫ ਲੀਟਰ ਦੀ ਸ਼ਰਾਬ ਦੀ ਕੀਮਤ ਆ ਫੈਕਟਰੀ ਦੇ ਵਿੱਚ। ਉਹ ਕਹਿੰਦੇ ਇਹਨਾਂ ਨੂੰ ਅੱਧੇ ਮੁੱਲ ਤੇ ਦੇ। ਉੱਥੇ ਜਾ ਕੇ ਉਹ ਟੈਸਟ ਹੋਊਗੀ ਸ਼ਰਾਬ ਕਿਹੜੀ ਕੁਆਲਿਟੀ ਦੀ ਕੀ ਹੈ, ਉਹ ਫਿਰ ਵਾਪਸ ਪੈਕ ਹੋਏਗੀ ਸਿੱਧੇ ਬੋਤਲਾਂ ਦੇ ਵਿੱਚ। ਉੱਥੇ ਸਟਿੱਕਰ ਫਿਰ ਉਸ ਫੈਕਟਰੀ ਲੱਗੇ ਕਿ ਫਲਾਣੀ ਫੈਕਟਰੀ ਚ ਬਣੀ। ਅੱਛਾ, ਹੁਣ ਇਹ ਸ਼ਰਾਬ ਜਿਹੜੀ ਆ ਇਹ ਕਿੰਨੀ ਨਿਕਲਦੀ ਆ ਕਿ ਮੈਂ ਸੋਚਦਾ ਮਾਨ ਸਾਹਿਬ ਜਿਹੜੇ ਆ ਹਰ ਤਰੀਕੇ ਫਿਰ ਲੱਭ ਲੈਂਦੇ, ਕਿਉਂਕਿ ਆਪ ਦਾ ਸਿੱਕਾ ਪੀਣ ਵਾਲੇ ਬੰਦੇ ਨੂੰ ਪਤਾ ਹੁੰਦਾ ਕਿ ਕਿੱਥੋਂ ਮਿਲ ਜਾਂਦੀ। ਹੋ ਸਕਦਾ ਕਿਤੇ ਇੱਕ ਅੱਧੀ ਬੋਤਲ ਠਾਣੇ 1,000-200 ਕੋ ਲੈਣ ਦੀ ਭਾਈ ਵਿਖਾ ਕਿੰਨਾ ਦੀ ਹੁੰਦੀ ਇੱਥੇ ਪਹਿਲੀਆਂ ਚ ਨਹੀਂ। ਹੁਣ ਤਾਂ ਲਿਆਉਣ ਦੀ ਲੋੜ ਹੀ ਨਹੀਂ, ਆਪੇ ਆ ਜਾਣੀ ਹੈ ਜੀ। ਨਹੀਂ, ਪਹਿਲੀਆਂ ਚਲੋ ਹੁਣ ਛੱਡ ਵੀ ਗਏ ਨਾ। ਹੁਣ ਤੇ ਸਹੁੰ ਵੀ ਖਾਧੀ ਸੀ ਮਾਂ ਦੀ, ਬੱਚਿਆਂ ਦੀ। ਨਾਲੇ ਹੁਣ ਤਾਂ ਜ਼ਿੰਮੇਵਾਰੀ ਬੜੀ। ਉਹਨਾਂ ਦੇ ਮਿੱਤਰ ਵੀ ਕਹਿੰਦੇ ਪੀਂਦੇ ਜੀ, ਅਸੀਂ ਉਹਨਾਂ ਦੇ ਪੀਣ ਦੇ ਵਿਰੋਧੀ ਨਹੀਂ ਹੈਗੇ। ਕੈਪਟਨ ਸਾਹਿਬ ਪੀ ਸਕਦੇ ਆ ਤੇ ਫਿਰ ਕੈਪਟਨ ਸਾਹਿਬ ਦੇ ਕਿਆ ਬਾਤ ਸੀ। ਕੈਪਟਨ ਸਾਹਿਬ ਦੇ ਇੱਕ ਵਾਕਈ ਰਿਸਟੋਕਟ ਬੰਦੇ ਸੀਗੇ, ਉਹਨਾਂ ਦਾ ਪਤਾ ਕੁਝ ਨਹੀਂ ਸ਼ੁਰੂ ਕਰਦੇ। ਲੇਕਿਨ ਹੁਣ ਸ਼ੂਗਰ
ਤੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੋ ਗਈ, ਡਾਕਟਰ ਨੇ ਮਨਾ ਕੀਤਾ ਸੀ, ਫਿਰ ਵੀ ਦੂਜੇ ਦਿਨ ਦਾ ਲਾ ਲੈਂਦੇ ਸੀ। ਚਲੋ, ਪੰਜਾਬ ਸਰਕਾਰ ਹੁਣ ਥਾਣਿਆਂ ਵਿੱਚ ਪਈ ਸ਼ਰਾਬ ਵੇਚ ਕੇ ਖਜ਼ਾਨਾ ਭਰਨ ਜਾ ਰਹੀ ਹੈ, ਕਾਰਖਾਨਿਆਂ ਨੂੰ ਵੇਚੀ ਜਾਵੇਗੀ ਅੱਧੇ ਮੁੱਲ ਤੇ ਉਧਰ ਤੁਹਾਡੇ ਹੋਲੀ ਸਿਟੀ 'ਚ ਕਹਿੰਦੇ ਸਨਾਟਾ ਛਾਇਆ ਹੋਇਆ। ਵੈਸੇ ਪਹਿਲਾਂ ਵੀ ਸਨਾਟਾ ਹੀ ਸੀ ਜੀ। ਅੱਛਾ ਜੀ। ਸਨਾਟਾ ਕਿਉਂ ਸੀ? ਜਦੋਂ ਕਿਸੇ ਨੂੰ ਮਿਲਣਾ ਹੀ ਨਹੀਂ, ਤੁਹਾਨੂੰ ਮਿਲਣ ਕਿਉਂ ਕੋਈ ਆਊਗਾ? ਆਮ ਤੌਰ ਤੇ ਅਸੀਂ ਲੀਡਰ ਵੇਖੇ ਸੀ, ਤੁਸੀਂ ਜਿਹੜੇ ਬੈਸ ਭਰਾ ਉਹਨਾਂ ਦਾ ਭਰਾਵਾਂ ਦਾ ਦੇਖ ਲਓ, ਹੁੰਦਾ ਤੇ ਮੈਨੂੰ ਪਤਾ ਨਹੀਂ। ਜਦੋਂ MLA ਸੀ ਆਪਣੇ ਦਫ਼ਤਰ ਕੋਲ ਬਕਾਇਦਾ ਕੇ 9 ਵਜੇ ਬਹਿ ਜਾਂਦੇ ਸੀ, ਸ਼ਾਮੀ 5 ਵਜੇ ਤੱਕ ਲੋਕਾਂ ਦੀਆਂ ਸ਼ਿਕਾਇਤਾਂ ਸੁਣ ਜੀ। ਕਾਊਂਟਰ ਬਣਾਏ ਸੀਗੇ ਵੀ ਇਸ ਕਾਊਂਟਰ ਤੋਂ ਤੁਹਾਡਾ ਐਫੀਡੇਵਿਟ ਟੈਸਟ ਹੋਣਾ, ਇਸ ਕਾਊਂਟਰ ਤੁਹਾਡਾ ਰਾਸ਼ਨ ਕਾਰਡ ਬਣਨਾ, ਇਸ ਕਾਊਂਟਰ ਤੁਹਾਡਾ ਆਧਾਰ ਕਾਰਡ ਬਣਨਾ। ਉਹਨਾਂ ਨੂੰ ਤਨਖਾਹ ਆਪਣੀ ਜੇਬ ਚ ਨਹੀਂ ਦੀ। ਲੋਕਾਂ ਨੂੰ ਨਹੀਂ ਵੋਟਾਂ ਪਈਆਂ, ਵੱਖਰੀ ਗੱਲ, ਉਹ ਮਰਜ਼ੀ ਲੋਕਾਂ ਦੀ। ਲੇਕਿਨ ਕਾਊਂਟਰ ਬਣਾ ਕੇ ਲੋਕਾਂ ਦੀਆਂ ਸ਼ਿਕਾਇਤਾਂ ਵੀ ਸੁਣਦੇ ਸੀ ਤੇ ਕੰਮ ਵੀ ਕਰਦੇ ਸੀ, ਤੇ ਕਾਊਂਟਰ ਦੇ ਉੱਤੇ ਇਹ ਕਿਹਾ ਜਾਂਦਾ ਸੀ, ਭਾਈ ਤੂੰ ਕਾਗਜ਼ ਦੇ ਜਾ, ਸ਼ਾਮੀ ਆ ਕੇ 5 ਵਜੇ ਲੈ ਜਾ। ਮਤਲਬ ਤੁਹਾਨੂੰ ਜਾ ਕੇ ਦਫ਼ਤਰ ਧੱਕੇ ਖਾਣ ਦੀ ਲੋੜ ਨਹੀਂ, ਇਹਨਾਂ ਦੇ ਆਪਣੇ ਬੰਦੇ ਜਾਂਦੇ ਸੀ, ਆਪੇ ਕੰਮ ਕਰਕੇ ਲੈ ਕੇ ਦੇ ਦਿੰਦੇ ਸੀ। ਇਹ ਤੋਂ ਵਧੀਆ ਸਿਸਟਮ ਹੋ ਕੀ ਸਕਦਾ? ਆਮ ਤੌਰ ਤੇ ਬਾਕੀ ਲੀਡਰ ਵੀ ਜਿਹੜੇ ਹੁੰਦੇ ਸੀਗੇ, ਲੀਡਰ ਮਿਲਦੇ ਰਹੇ ਆ, ਉਹ ਵੀ ਏਦਾਂ ਮਹੀਨੇ ਹੁੰਦੇ ਸੀ, ਬਹਿ ਜਲਾ ਕੇ ਸੰਗਤ ਆਉਣੀ, ਲੋਕਾਂ ਨੂੰ ਮਿਲਣਾ, ਲੋਕਾਂ ਦੇ ਕੰਮ ਜਿਹੜਾ ਫੋਨ ਕਰਤਾ ਕਿ ਚਿੱਠੀ ਲਿਖਤੀ, ਕੰਮ ਕਰਦੇ। ਗੁਲਜ਼ਾਰ ਸਿੰਘ ਰਣੀਕੇ ਸੀ, ਮਜੀਠੀਆ, ਸਾਰੀ ਗੱਲ ਬਹਿੰਦੇ ਸੀ, ਇਹ ਚੱਕਰ ਕੋਈ ਗੱਲ ਨਹੀਂ। ਤੇ ਸਿੱਧੂ ਸਾਹਿਬ ਜਿਹਦਾ ਬਹਿਣੇ ਨਹੀਂ ਗਾ ਤੇ ਮਿਲ ਕੇ ਨਹੀਂ ਜਾਣਾ ਸੀ ਜੀ। ਇੱਕ ਮੈਂ ਸੌਰੀ ਟੂ ਇੰਟਰਪਟ ਜੀ, ਮੈਂ ਜਦੋਂ ਮਜੀਠੀਆ ਸਾਹਿਬ ਅੱਜ ਤੋਂ 10 ਕੁ ਵਰੇ ਪਹਿਲਾਂ ਆ ਕੇ ਮੈਂ ਗੱਲ ਕਹੀ, ਮੈਂ ਕਿਹਾ ਜੀ ਉਹ ਬੰਦਾ ਉਹਨਾਂ ਦੇ ਘਰ ਵੀ ਚਲ ਜਾਂਦਾ ਜਿਨ੍ਹਾਂ ਨੇ ਉਹਨੂੰ ਵੋਟਾਂ ਨਹੀਂ ਪਾਈਆਂ, ਕੋਈ ਦੁੱਖ ਦੀ ਸੁੱਖ ਦੀ ਗੱਲ ਹੋਵੇ ਤੇ ਕਾਫਲਾ ਐਵੇਂ ਨਹੀਂ ਜੁੜਦਾ ਉਹਦੇ ਨਾਲ, ਕੋਈ ਕਰਦਾ ਵੀ ਆ, ਚਲੋ ਨਸ਼ਿਆਂ ਦੇ ਵਿੱਚ ਉਹਨਾਂ ਦਾ ਨਾਂ ਆਇਆ, ਕੀ ਸੱਚ ਆ ਕੀ ਨਹੀਂ ਸੱਚ, ਮਤਲਬ ਰਾਜਨੀਤੀ ਚੱਲਦੀ ਆ, ਉਹ ਬਾਹਰ ਆ ਜਾਣਗੇ, ਫਿਰ ਮਤਲਬ ਉਹਨਾਂ ਦੇ ਮਤਲਬ ਢੋਲ ਢਮੱਕੇ ਦੇ ਨਾਲ ਉਹਨਾਂ ਨੇ ਅੱਜ ਨਹੀਂ ਤਾਂ ਕੱਲ੍ਹ ਆਉਣਾ, ਕੱਲ੍ਹ ਨਹੀਂ ਤਾਂ ਪਰਸੋਂ ਨੂੰ ਸਿੱਧੂ ਸਾਹਿਬ ਨੇ ਵੀ ਆ ਜਾਣਾ। ਉਹਦੇ ਕੋਈ ਢੰਗ ਤਰੀਕਾ ਵਰਤਦੇ ਅੰਦਰ ਜਾ ਕੇ ਕੀ ਨਹੀਂ ਵਰਤਦੇ ਜਾ ਕੇ, ਕੀ ਉਹਨਾਂ ਨੂੰ ਕੋਈ ਰੋਕ ਲੱਗਦੀ ਹੈ, ਸਵਾਲੀਆ ਫਿਕਰਾ ਉੱਠਦਾ ਫਿਰਦਾ। ਪਰ ਇਹ ਰਾਜਨੀਤਿਕ ਲੋਕ ਨੇ, ਜਦੋਂ ਅਸੀਂ ਕੋਈ ਅੱਖੀਂ ਡਿੱਠਾ ਹਾਲ ਆ ਕੇ ਕਰਦੇ ਨੇ ਤੇ ਉਹਨਾਂ ਦੇ ਕੱਟੜ ਵਿਰੋਧੀ ਜਾਂ ਇਹੋ ਜਿਹੇ ਲੋਕ ਜਿਹੜੇ ਉਹ ਗੱਲ ਨੂੰ ਬਰਦਾਸ਼ਤ ਨਹੀਂ ਕਰਦੇ, ਚਿਪਦੇ ਨਹੀਂ, ਬੜੀ ਇੱਦਾਂ ਕਰਨਗੇ ਕਿ ਸੋਚਦੇ ਨਹੀਂ ਵੀ ਗੱਲ ਕਹਿਣਾ ਕੀ ਆ। ਮੈਂ ਕਿਹਾ ਜੀ ਉਹ ਬੰਦਾ ਆਪਣੇ ਪੰਚਾਂ ਸਰਪੰਚਾਂ ਨੂੰ ਜਿਹੜੀ ਗ੍ਰਾਂਟ ਦਿੰਦਾ ਉਹਨਾਂ ਦਾ ਹਿਸਾਬ ਰੱਖਦਾ, ਉਹਨੇ ਕੰਪਿਊਟਰਾਈਜ਼ ਸਿਸਟਮ। ਮਿਸਟਰ ਚੰਨੀ ਸੀ ਸਾਡੇ ਪੰਜਾਬ ਦੇ, ਇੱਕ ਮੁੰਡੇ ਸਾਡੇ ਸਟੂਡੀਓ ਵੀ ਆਏ ਸੀ, ਉਹਨਾਂ ਨੇ ਸਾਨੂੰ ਦੱਸਿਆ ਸੀ ਕਿ ਮੈਂ ਐਵੇਂ ਵਰਕ ਕਰਦਾ, ਜੇ ਮੈਂ ਗ੍ਰਾਂਟ ਦਿੰਦਾ ਤੇ ਮੈਂ ਕੰਪਿਊਟਰਾਈਜ਼ ਸਿਸਟਮ ਬੁਲਾਇਆ ਹੋਇਆ, ਵੈਲ ਐਜੂਕੇਟਡ ਸੀ MLA। ਸੋ ਮੈਂ ਆਪਣੇ ਜੇ ਇਹਨਾਂ ਨੂੰ ਦਿੰਦਾ ਗ੍ਰਾਂਟ, ਤੇ ਮੈਂ ਗ੍ਰਾਂਟ ਜਿਹੜੀ ਆ ਉਸੇ ਤਰਜ ਤੇ ਮਜੀਠੀਆ ਸਾਹਿਬ ਵੀ ਜਿਹੜੇ ਸਰਪੰਚ ਪੰਚ ਨੂੰ ਦਿੱਤੀ ਹੈ, ਮੈਂ ਕੱਲ ਨੂੰ ਹਿਸਾਬ ਲੈਣਾ। ਇੰਨੀ ਗੱਲ ਬੋਲਣ ਤੇ ਕਈ ਲੋਕ ਅੱਗ ਬੁਲਾ ਗਏ, ਲਓ ਜੀ ਕੀ ਮਾਲ ਛਕ ਆਇਓ, ਕਿੰਨਾ ਕੁ ਛਕ ਆਇਓ, ਭਾਊ ਨੇ ਹੱਥ ਮਿਲਾ ਲਿਆ। ਆਪਣੀ ਸੋਚ ਦਾ ਜਲੂਸ ਕੱਢ ਲੈਂਦੇ ਹਾਂ ਅਸੀਂ। ਹੁਣ ਦੇਖੋ ਤੁਸੀਂ ਵੀ ਗੱਲ ਕੀਤੀ ਹੈ, ਕਿੰਨੇ ਸਮੇਂ ਬਾਅਦ ਕੀਤੀ ਆ, ਮੈਂ 10-12 ਸਾਲ ਬਾਅਦ ਕੀਤੀ ਹੈ, ਕਿ ਇਸੇ ਤਰ੍ਹਾਂ ਹੀ ਉਹ ਕੰਮ ਕਰਦੇ। ਬੰਦਾ ਗਲਤ ਆ ਨਹੀਂ ਗਲਤ ਆ, ਲੈਟ ਦਮ ਕੋਰਟ ਡਿਸਾਈਡ ਕੀ ਉਹ ਗਲਤ ਆ ਕੀ ਨਹੀਂ ਗਲਤ, ਹੈ ਨਾ। ਪਰ ਜਦੋਂ ਤੁਸੀਂ ਕੋਈ ਆ ਕੇ ਵੇਖਦੇ ਹੋ, ਨਿਰਪੱਖ ਜੀ ਕਰਦੇ ਹੋ ਗੱਲ, ਤਾਂ ਕਈਆਂ ਨੂੰ ਨਹੀਂ ਚੰਗੀ ਲੱਗਦੀ। ਤੁਸੀਂ ਹੋਵੋਗੇ ਐਂਟੀ ਉਹਨਾਂ ਦੇ, ਅਸੀਂ ਤਾਂ ਜਦੋਂ ਚੰਗੀ ਗੱਲ ਕਹਿਣਗੇ ਚੰਗੀ ਕਰਨੀ ਆ, ਮਾੜੀ ਕਹੋਗੇ ਤੇ ਮਾੜੀ ਕਰਨੀ। ਹਾਂਜੀ, ਕੀ ਕਹਿਣਾ ਚਾਹੋਗੇ ਤੁਸੀਂ? ਜਿਹੜੀ ਗੱਲ ਆਪਾਂ ਗੱਲ ਕਰ ਰਹੇ ਜੀ, ਇਹ ਤੁਹਾਡੀ ਗੱਲ ਠੀਕ ਹੈ। ਵਿਕਰਮ ਮਜੀਠੀਆ ਜੀ ਇੱਕ ਸਿਫਤ ਆ ਵੀ ਉਹ ਆਪਣੇ ਹਲਕੇ ਦੇ ਹਰ ਵਰਕਰ ਦੇ ਵੋਟਰ ਦੇ ਘਰ ਚੱਲਦਾ, ਭਾਵੇਂ ਨੂੰ ਵੋਟ ਪਾਈ ਜਾਂ ਨਹੀਂ ਪਾਈ। ਹਾਂਜੀ, ਇਹ ਉਹਦੀ ਸਿਫਤ ਆ। ਔਰ ਜੇ ਆਹ ਮਾਮਲੇ ਵਿੱਚ ਨਾ ਫਸਦਾ ਤੇ ਉਹ ਇੱਕ, ਮੈਂ ਸੋਚਦਾ ਵੀ ਅਗਲਾ ਜਿਹੜਾ ਅਕਾਲੀ ਦਲ ਦਾ ਪ੍ਰਧਾਨ ਬਣਦਾ ਜੀ, ਕੋਈ ਦੋ ਰਾਵਾ ਨਹੀਂ, ਜਿੱਥੋਂ ਤੱਕ ਉਹ ਪਹੁੰਚ ਚੁੱਕਾ ਸੀ। ਹੁਣ ਜਿਹੜੀ ਗੱਲ ਆਪਾਂ ਸਿੱਧੂ ਸਾਹਿਬ ਦੀ ਕਰਦੇ ਹਾਂ ਜੀ, ਸਿੱਧੂ ਸਾਹਿਬ ਜਿੰਨਾ ਚਿਰ ਤੇ ਇਹ ਰਹੇ ਨੇ, ਪਹਿਲਾਂ ਸ਼ੁਰੂ ਸਿਆਸਤ ਚ ਆਏ ਤੇ ਇਹ ਵੀ ਲੋਕਾਂ ਨੂੰ ਮਿਲਦੇ ਸੀ। ਮਾਰ ਰੋਡ ਤੇ ਕੋਠੀ ਹੁੰਦੀ ਸੀ, ਲੋਕ ਜਾਂਦੇ ਸੀ, ਇਹਨਾਂ ਦੀ ਵਾਈਫ ਉਹਦੇ ਡਾਕਟਰ ਹੁੰਦੀ ਸੀ, ਉਹ ਡਾਕਟਰ ਨੇ ਵੱਖਰੇ ਕੈਂਪ ਵੀ ਲਾਉਂਦੀ ਹੁੰਦੀ ਸੀ। ਆਪ ਡਾਕਟਰ ਹੁੰਦੇ, ਕਈ ਪ੍ਰਾਈਵੇਟ ਕੈਂਪ ਲਾਉਂਦੀ ਸੀ, ਕਾਫੀ ਕੰਮ ਕਰਦੇ ਸੀ। ਜਦੋਂ ਫਿਰ ਹੁਣੇ ਪ੍ਰਧਾਨ ਬਣ ਕੇ, ਵੱਡੇ ਲੀਡਰ ਬਣ ਕੇ, ਫਿਰ ਮਿਲਣਾ ਛੱਡ ਦਿੱਤਾ। ਸਾਡੇ ਤਾਂ ਆਪਣੇ ਆਪਣੀ ਜਿਹੜੀ ਗੱਲ ਹੈਗੀ, 2 ਵਾਰੀ ਮਿਲਣ ਦੀ ਕੋਸ਼ਿਸ਼ ਕੀਤੀ ਨਹੀਂ, ਇਲੈਕਸ਼ਨ ਚ ਨਹੀਂ ਮਿਲੇ, ਬਾਕੀ ਕਿਹੜੀ ਗੱਲ ਹੈਗੀ। ਮੇਰੇ ਕੋਲ ਕੁਛ ਜਥੇਬੰਦੀਆਂ ਦੇ ਲੋਕ ਆਏ ਸੀ ਕਿ ਅਸੀਂ ਵੋਟ ਕਿਹਨੂੰ ਪਾਈਏ। ਮੈਂ ਕਿਹਾ ਜਿਹਨੂੰ ਮਰਜ਼ੀ ਪਾਓ, ਮੈਂ ਕੀ ਕਹਿਣਾ ਹੈਗਾ। ਕਹਿੰਦਾ ਨਹੀਂ ਜੀ, ਤੁਸੀਂ ਤੁਹਾਡਾ ਕੀ ਵਿਚਾਰ? ਮੈਂ ਕਿਹਾ ਮੈਂ ਨਹੀਂ ਕਿਸੇ ਨੂੰ ਕਹਿੰਦਾ, ਮੇਰਾ ਮਤਲਬ ਸੀ ਉਹਨੂੰ ਵੀ ਜਾ ਕੇ ਤੂੰ ਅਪਰੋਚ ਕਰ ਲਾ, ਉਹਨਾਂ ਨੂੰ ਮਿਲੇ ਨਹੀਂ। ਮੈਂ ਕਿਹਾ ਤੁਹਾਡੀ ਮਰਜ਼ੀ, ਕੋਈ ਗੱਲ। ਉਹਨਾਂ ਦੀ ਘੱਟੋ ਘੱਟ 7% ਵੋਟ ਹੈਗੀ ਸੀ, ਜਿਹਨੂੰ ਮਰਜ਼ੀ ਪਾਓ। ਇਸ ਕਰਕੇ ਸਿੱਧੂ ਸਾਹਿਬ ਦੇ ਸਨਾਟਾ ਤੇ ਪਹਿਲਾਂ ਵੀ ਛਾਇਆ ਸੀਗਾ। ਸਿਰਫ ਜਦੋਂ ਜਿਹੜੀਆਂ ਲਾਲ ਟੋਪੀਆਂ ਤੇ ਖਾਕੀ ਵਰਦੀਆਂ ਚ ਬੰਦਾ ਰਹਿਣ ਗਿੱਜ ਜਾਵੇ ਨਾ,
ਇੰਨੀ ਕੋਈ ਘੇਰੇ ਘੇਰੇ ਜਿਹੜੇ ਦੁਆਰਾ ਖੜੀਆਂ ਹੋ ਜਾਣ ਤੇ ਫਿਰ ਲੋਕਾਂ ਨੂੰ ਘੁੱਟ ਜਾਂਦਾ। ਬਿਲਕੁਲ ਬਿਲਕੁਲ। ਭਗਵੰਤ ਮਾਨ ਹੋਰਾਂ ਨੂੰ ਅਸੀਂ ਜਿੱਥੇ ਮਰਜ਼ੀ ਅੰਮ੍ਰਿਤਸਰ ਜਿੱਥੇ ਮਰਜ਼ੀ ਘੇਰੇ ਖਲੋ ਜਾਂਦੇ ਹਾਂ, ਜਿੱਥੇ ਮਰਜ਼ੀ 2 ਰਿਪੋਰਟਰ ਉਹ ਬੰਦਾ ਖਲੋ ਜਾਂਦਾ, ਮੈਂ ਦੱਸੋ ਕੀ ਗੱਲ ਦੱਸੋ ਕੀ ਗੱਲ। ਉਹਨੇ ਨਾਲੇ ਮਜ਼ਾਕ ਦੀਆਂ ਗੱਲਾਂ ਕਰੀ ਜਾਣੀਆਂ ਤੇ ਨਾਲੇ ਖਬਰ ਦੇ ਜਾਣੀ। ਇਹ ਸਿਫਤ ਚੋਰੀ। ਅੱਜ ਤੁਸੀਂ ਮਹਿਲਾ ਹੋਏ ਤੇ 4 ਦੁਆਰਾ ਨੇ, 4 ਪਹਿਰੇ ਨੇ ਘੇਰੇ। ਬਿਲਕੁਲ 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 ਨਹੀਂ ਬੈਠੇ ਤੁਸੀਂ, ਜਿਹੜੀ ਚੋਣ ਨਹੀਂ ਕਰ ਸਕਦੀ ਜੀ। ਜਾਂ ਸਭ ਤੋਂ ਜ਼ਿਆਦਾ ਸਿਕਿਉਰਿਟੀ ਮੁੱਖ ਮੰਤਰੀਆਂ ਨਾਲੋਂ ਅੱਜ ਉਹਦੇ ਕੋਲ ਹੈ, ਜਿਹੜੇ ਕੱਲ ਲੋਕਾਂ ਦੇ ਤਵਾ ਲਾਉਂਦੇ ਸੀ। ਉਹਦਾ ਕੀ ਕਾਰਨ ਹੈ ਉਹ ਰੱਬ ਜਾਣਦਾ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਿਫਤ ਸੀ, ਉਹ ਸੰਗਤ ਦਰਸ਼ਨ ਕਰਦੇ ਸੀਗੇ। ਮੈਨੂੰ ਆਪਣੀ ਗੱਲ ਯਾਦ, ਉੱਠ ਕੇ ਤੁਰ ਪਏ ਮਾਨਾ ਵਾਲੇ ਤੇ ਮੈਂ ਇਹਨਾਂ ਨੂੰ ਪਿੱਛੋਂ ਆਦੀ ਬਾਦਲ ਸਾਹਿਬ ਨੂੰ ਮਿਲਣਾ ਸੀ ਤੇ ਸਾਡੀ ਮਿਲੇ ਨਹੀਂ ਸੀ ਤੇ ਫਿਰ ਕੁਸ਼ੀ ਦੇ ਬਹਿ ਗਿਆ ਸੀ ਹੈ ਕਿ ਮੁੱਖ ਮੰਤਰੀ ਇਹੋ ਜਿਹਾ। ਮੈਂ ਦਾਅਵੇ ਨਾਲ ਕਹਿੰਦਾ ਸੁਖਬੀਰ ਉਹਨਾਂ ਕਦੀ ਇਹਦੀ ਗੱਲ ਨਾ ਸੁਣੋ। ਆ ਕੇ ਮੈਂ ਦੱਸੋ ਤੁਸੀਂ ਗੱਲ ਦੱਸੋ ਕੀ ਦੱਸੋ। 15 ਮਿੰਟ ਸਾਡੇ ਫਿਰ ਲਾ ਲਏ ਗੱਲਾਂ ਨਾਲੇ ਖਬਰ ਦੇ ਦਿੱਤੀ, ਨਾਲੇ ਜਿਹੜੇ ਗੱਲਾਂ ਕੀਤੀਆਂ ਸਾਡੀਆਂ ਮੰਗਾਂ ਦੀ ਗੱਲ ਸੀ ਉਹਦੇ ਤੇ ਗੌਰ ਫਰਮਾਇਆ। ਉਹਨਾਂ ਨੂੰ ਮਿਲਣਾ ਬਹੁਤ ਸੌਖਾ ਸੀ ਸਰ ਪ੍ਰਕਾਸ਼ ਸਿੰਘ ਬਾਦਲ ਨੂੰ। ਉਹਨੂੰ 4 ਪੱਤਰ ਕੇ ਮਿਲ ਜਾਂਦੇ ਸੀ, ਸੀਐਮ ਸਾਹਿਬ ਬੈਠੇ ਮਿਲਣਾ ਜੀ ਬਾਅਦ ਤਰਸ ਆਈ ਆਓ ਬੜਾ ਜੀ ਜੀ। ਇਸ ਕਰਕੇ ਉਹ ਕਾਮਯਾਬ ਕਿਉਂ ਸੀ? 5 ਵਾਰੀ ਮੁੱਖ ਮੰਤਰੀ ਬਣਦਾ ਕਾਰਨ ਸੀ ਪਹਿਲਾਂ ਸੀ ਲੋਕ ਲੀਡਰ ਸਨ, ਲੋਕਾਂ 'ਚ ਵਿਚਰਦੇ ਸੀ। ਜੀ। ਹੁਣ ਸਿੱਧੂ ਸਾਹਿਬ ਜਿਹੜੇ ਸੀ ਲੋਕ ਲੀਡਰ ਤੇ ਬਣਨ ਦੀ ਕੋਸ਼ਿਸ਼ ਕੀਤੀ, ਲੇਕਿਨ ਇੱਕੋ ਹੀ ਗੱਲ ਸੀ ਵੀ ਲੋਕਾਂ ਤੇ ਟੁੱਟ ਗਏ। ਕੱਲ ਪਹਿਲਾਂ ਇਹਨਾਂ ਜਲੂਸ ਕੱਢਿਆ ਬੜਾ ਤਕੜਾ, ਹਾਥੀ 'ਚ ਚੜ ਕੇ। ਹਾਂ, ਪਟਿਆਲੇ ਦੇ ਵਿੱਚ ਹਾਥੀ 'ਚ ਖਲੋ ਕੇ ਜਲੂਸ ਕੱਢਿਆ ਵੀ ਮਹਿੰਗਾਈ ਇੰਨੀ ਉੱਚੀ ਹੋ ਗਈ ਆ, ਲੋਕ ਦੁਖੀ ਦੇ। ਮੋਦੀ ਦਾ ਉਹਦੇ ਖਿਲਾਫ ਜਨ ਮੁਰਦਾਬਾਦ ਵੀ ਕੀਤੀ ਤੇ ਸ਼ਾਮਾਂ ਨੂੰ ਫਿਰ ਆਪਣੀ ਮੁਰਦਾਬਾਦ ਹੋ। ਚਲੋ ਕੀ ਲੱਗਦਾ ਤੁਹਾਨੂੰ ਕਿ ਇਹਦੇ ਵਿੱਚ ਅਜੇ ਕੋਈ ਉਹਨਾਂ ਕੋਲ ਹੈਗਾ ਕੋਈ ਥੋੜਾ ਬਹੁਤਾ ਕਾਨੂੰਨੀ ਪੈਂਤੜਾ ਖੇਡ ਸਕਦੇ ਨੇ, ਜੇਲ੍ਹ ਜਾਣ ਤੋਂ ਬਚ ਸਕਦੇ ਨੇ, ਜਾਂ ਹੁਣ ਜਾਣਾ ਹੀ ਪਵੇਗਾ? ਉਹ ਕਿੰਨੇ ਚਿਰ ਵਾਸਤੇ ਜਾਣਾ ਪਵੇਗਾ? ਜਿਹੜੀ ਹੁੰਦੀ ਜਾਂ ਰਿਵਿਊ ਪਟੀਸ਼ਨ ਦੀ, ਰਿਵਿਊ ਪਟੀਸ਼ਨ ਪੈ ਚੁੱਕੀ ਹੈ। ਹਾਂ, ਹੁਣ ਕਿਉਰੇਟਿਵ ਇਲਾਜ ਲਈ ਇੱਕ ਪਟੀਸ਼ਨ ਪੈਣੀ। ਉਹ ਪਟੀਸ਼ਨ ਉਹ ਮਨਜ਼ੂਰ ਕਰਦੀ ਹੈ ਸੁਪਰੀਮ ਕੋਰਟ ਕਿ ਨਹੀਂ ਕਰਦੀ ਇਹ ਨਹੀਂ ਪਤਾ ਜੀ। ਉਹ ਬਹੁਤ ਘੱਟ ਮਨਜ਼ੂਰ ਹੁੰਦੀ ਹੈ। ਜੇ ਉਹ ਮਨਜ਼ੂਰ ਹੋ ਜਾਂਦੀ ਆ ਤੇ 5 ਜੱਜ ਕਿਸੇ ਅਦਾਲਤ 'ਚ ਬਹਿ ਕੇ ਨਹੀਂ, ਕਿਸੇ ਕਮਰੇ 'ਚ ਬਹਿ ਕੇ ਸੋਚਦੇ ਵੀ ਇਹਦਾ ਕੀ ਕਰਨਾ ਪਊ। ਉੱਥੇ ਬਹੁਤ ਚਾਂਸ ਘੱਟ ਹੁੰਦੇ ਰਿਲੀਫ ਮਿਲਦੇ। ਖੈਰ ਕੋਈ ਜੱਜ ਦੇ ਮਿਹਰਬਾਨ ਹੋ ਜਾਏ ਕਿ ਜਸਟਿਸ ਰਮੰਨਾ ਜਿਹੜੇ ਇਸ ਗੱਲ ਤੋਂ ਲਿਬਰਲ ਨੇ ਥੋੜੇ, ਤੇ ਅਸੀਂ ਸਜ਼ਾ ਸੜਾਤੀ ਨੇ ਇੱਕ ਵਾਰੀ ਨੂੰ ਕਰਤਾ ਦਾ ਕੀ ਕਰਤਾ, ਪਾਈਪ ਨਹੀਂ ਸਜ਼ਾ ਨਹੀਂ ਹੋਈ, ਕੋਈ ਗੱਲ ਨਹੀਂ। ਉਹ ਤਾਂ ਸਵਾਲ ਤੇ ਸੁਪਰੀਮ ਕੋਰਟ ਤੇ ਵੀ ਉੱਠਦਾ ਨਾ ਵੀ ਆਪਣੇ ਫੈਸਲੇ ਨੂੰ ਬਦਲ ਰਹੀ ਹੈ। ਬਿਲਕੁਲ ਬਦਲ ਦੀ ਸਾਰੀ ਤੱਥ ਬਿਲਕੁਲ ਠੀਕ ਹੈ। ਰਿਵਿਊ ਪਟੀਸ਼ਨ ਦਾ ਮਤਲਬ ਇਹ ਹੁੰਦਾ, ਰਿਵਿਊ ਪਟੀਸ਼ਨ ਦੇ ਵਿੱਚੋਂ ਮੈਂ ਇਹ ਗੱਲ ਕਿ ਦਾਅਵੇ ਨਾ ਕਹਿਣਾ ਵੀ ਇਹਦੇ ਵਿੱਚ ਪੋਲੀਟੀਕਲ ਵੈਂਡਟਾ ਜ਼ਰੂਰ ਹੈ। 323 ਦੇ ਵਿੱਚ 1000 ਰੁਪਇਆ ਵੱਧ ਤੋਂ ਵੱਧ ਜੁਰਮਾਨਾ ਤੇ ਵੱਧ ਤੋਂ ਵੱਧ 1 ਸਾਲ ਦੀ ਸਜ਼ਾ, ਵੱਧ ਤੋਂ ਵੱਧ। ਇਹਨਾਂ ਨੂੰ ਦੋਵੇਂ ਦੇ ਦਿੱਤੀਆਂ, ਜੁਰਮਾਨਾ ਪਹਿਲਾਂ ਭੁਗਤਾ ਹੈ, ਸਜ਼ਾ ਹੁਣ ਦੇ ਦਿੱਤੀ। ਹੁਣ ਜਿਹੜੀ ਗੱਲ ਤੁਸੀਂ ਕੀਤੀ ਹੈ, ਕੁਝ ਲੋਕ ਕਹਿੰਦੇ ਵੀ ਇਲੈਕਸ਼ਨ ਨਹੀਂ ਲੜ ਸਕਦੇ, ਮੈਂ ਉਹ ਸਪਸ਼ਟ ਕਰਨਾ। ਜਿਹੜੀ ਇਲੈਕਸ਼ਨ ਲੜਨ ਦੀ ਆ 2 ਸਾਲ ਤੋਂ ਵੱਧ ਕਿਤੇ ਸਜ਼ਾ ਹੋਵੇ ਤੇ ਫਿਰ ਉਹਦੇ ਤੇ 6 ਸਾਲ ਵਾਸਤੇ ਰੋਕ ਲੱਗਦੀ ਵੀ 6 ਸਾਲ ਤੱਕ ਤੁਸੀਂ ਇਲੈਕਸ਼ਨ ਨਹੀਂ ਲੜਨਾ। ਇਹਨਾਂ ਨੂੰ 1 ਸਾਲ ਦੀ ਹੋਈ, ਇਹਨਾਂ ਦੇ ਇਲੈਕਸ਼ਨ ਲੜਨ ਤੇ ਕੋਈ ਰੋਕ ਨਹੀਂ, ਲੋੜ ਪੈਣ ਤੇ ਜੇਲ੍ਹ 'ਚ ਬੈਠੇ ਚੋਣ ਲੜ ਸਕਦੇ ਜੀ। ਤੇ ਜੇਲ੍ਹ 'ਚ ਹੁਣ ਜਾਣਾ ਪਏਗਾ ਤੇ 6 ਮਹੀਨੇ ਤੋਂ ਪਹਿਲਾਂ ਪੈਰੋਲ ਮਿਲਣੀ ਮੁਸ਼ਕਲ ਆ, ਪੈਰੋਲ ਨਹੀਂ ਮਿਲ ਸਕਦੀ। ਇਸ ਕਰਕੇ ਕੱਲ ਦੇ ਇਹ ਹੁਣ ਕਿੱਥੇ ਆ ਕਿੱਥੇ ਨਹੀਂ, ਅੰਮ੍ਰਿਤਸਰ ਵੀ ਨਹੀਂ ਆਏ, ਪਟਿਆਲੇ ਵੀ ਨਹੀਂ ਹੈਗੇ। ਉਹਨਾਂ ਦੀ ਪਤਨੀ 5:41 ਤੇ ਕੱਲ ਇੱਥੋਂ ਨਿਕਲੀ ਆ ਤੇ ਉਹਨਾਂ ਦੀ ਇੱਕ ਪਲੇਟ ਸੀ ਤੇ ਨਾਲ ਇੱਕ ਬॉल ਸੀ ਹੱਥ, ਜੋ ਗੱਡੀ 'ਚ ਬੈਠੇ ਨੇ ਕੁਝ ਖਾ ਰਹੇ ਸੀ ਤੇ ਜਾ ਰਹੇ ਸੀਗੇ। ਹੁਣ ਕਿੱਥੇ ਮਿਲੇ ਕਿੱਥੇ ਨਹੀਂ ਮਿਲੇ, ਲੇਕਿਨ ਕੋਸ਼ਿਸ਼ ਅਜੇ ਵੀ ਜ਼ਿਆਦਾ ਵਕੀਲਾਂ ਦੀ ਰਾਏ ਲਈ ਜਾ ਰਹੀ ਹੈ। ਜਿਹੜੀ ਗੱਲ ਮੈਂ ਤੁਹਾਨੂੰ ਦੱਸੀ ਇਹ ਵਧੀਆ ਵਕੀਲਾਂ ਤੋਂ ਰਾਏ ਲੈ ਕੇ ਦੱਸੀ ਕਿ ਇਹੋ ਜਿਹੀ ਪੋਜੀਸ਼ਨ ਬਣੀ ਹੈ, ਇਸ ਕਰਕੇ ਜੇਲ੍ਹ ਤੋਂ ਰਹਿਣਾ ਪਵੇਗਾ। ਸਭ ਤੋਂ ਵੱਡੀ ਗੱਲ ਕੀ ਹੈ, ਕੇਸ ਹੈਗਾ ਪਟਿਆਲੇ ਦਾ ਤੇ ਪੋਸੀਬਿਲਿਟੀ ਹੈ ਵੀ ਅਦਾਲਤ ਇਹਨਾਂ ਨੂੰ ਪਟਿਆਲਾ ਜੇਲ੍ਹ 'ਚ ਭੇਜ ਦੇ ਜੀ। ਤੇ ਫਿਰ ਬਾਕੀ ਤਾਂ ਬਾਟੀ ਖੜਕਾਉਂਦੇ ਕਿ ਗਿਲਾਸ ਦਾ ਖੜਕਾ ਕਹਿੰਦੇ ਕਿ ਜੱਫੀ ਪਾਉਂਦੇ ਆ। ਚਲੋ ਅੰਦਰ ਬੈਠ ਕੇ ਕੋਈ ਫੈਸਲਾ ਕਰ ਲੈਣਗੇ। ਤੂੰ ਮੇਰਾ ਭਾਈ ਮੈਂ ਤੇਰਾ ਭਾਈ। ਉਹ ਇੱਕ ਫੋਟੋ ਆ ਸਾਡੇ ਕੋਲ, ਦੋਵਾਂ ਦੀਆਂ ਉਂਗਲੀਆਂ ਸਿੱਧੀਆਂ ਜਿਹੀਆਂ ਹੋਈਆਂ, ਉਹ ਕਹਿੰਦਾ ਤੂੰ ਕਿੱਧਰ, ਉਹ ਕਹਿੰਦਾ ਤੂੰ ਕਿੱਧਰ ਹੈ। ਫੋਟੋ ਆ ਇੱਕ ਦੇਖਣ ਵਾਲੀ ਬਣਦੀ ਆ ਵੀ ਜੇ ਹੁਣ ਸਿੱਧੂ ਸਾਹਿਬ ਜੇਲ੍ਹ ਜਾਣਗੇ ਤੇ ਸੁਖਬੀਰ ਹੁਣੀ ਸੌਰੀ ਆਪਣੇ ਮਜੀਠੀਆ ਸਾਹਿਬ ਕਹਿਣਗੇ ਉਹ ਤੂੰ ਕਿੱਧਰ ਉਂਗਲੀ ਕਰਕੇ, ਤੇ ਉਹ ਕਹੂਗਾ ਵੀ ਤੂੰ ਕਿੱਧਰ। ਹਾਂਜੀ,
ਤੈਨੂੰ ਮੈਂ ਕਿਹਾ ਸੀ ਮੇਰੇ ਮੱਥੇ ਨਾਲ ਲੱਗੀ, ਉਹਨੇ ਕਿਹਾ ਤੂੰ ਕਿਹਨੂੰ, ਮੈਂ ਕਿਹਾ ਸੀ ਮੇਰੇ ਮੱਥੇ ਨਾਲ ਲੱਗੀ। ਫੋਟੋਆਂ ਕੁਝ ਇਸ ਤਰ੍ਹਾਂ ਦੀਆਂ ਹੋ ਰਹੀਆਂ ਨੇ। ਪੰਥਕ ਏਕਤਾ ਲਈ ਕੀਤੀ ਸਭ ਬੰਦੀ ਤਿੜਕਣ ਲੱਗੀ ਆ ਹੁਣ। ਦਾਦੂਵਾਲ ਆਪ ਵੀ ਕਟਹਿਰੇ 'ਚ ਖੜਦੇ ਨੇ, ਸੁਖਬੀਰ ਬਾਦਲ ਹੋਣ ਦਾ ਵਿਰੋਧ ਕਰ ਰਹੇ ਨੇ। ਮਾਨ ਦੇ ਜਨਰਲ ਸਕੱਤਰ ਜਿਹੜਾ ਉਹ ਆਪਣਾ ਫਿਰ ਖਾਲਿਸਤਾਨ ਦਾ ਰਾਗ ਲਾਪ ਰਹੇ ਨੇ। ਤੇ ਖਾਲਿਸਤਾਨ ਤੇ ਵह ਆਂਖੋਂ ਹੀ ਆਂਖੋਂ ਮੇਂ ਇਸ਼ਾਰਾ ਹੋ ਗਿਆ, ਜੋ ਬਾਬਾ ਬੁੱਢਾ ਇਸ ਉਮਰ ਦੇ ਵਿੱਚ ਖਾਲਿਸਤਾਨ ਦਾ ਮਜ਼ਾਕ ਅੱਖਾਂ ਮਾਰਨ ਦਾ ਬਣਾ ਗਿਆ ਨਾ, ਉਹ ਮੇਰੇ ਖਿਆਲ ਦੇ ਵਿੱਚ ਸਾਰੀ ਕੀਤੀ ਕਰਾਈ ਆਪਣੀ ਸਾਰੀ ਉਮਰ ਦੀ। ਉਹਦੇ ਪੱਖ 'ਚ ਖੜਨ ਵਾਲੇ ਉਹਦਾ ਉਹ ਇਸ਼ਾਰਾ ਕਹਿਣਗੇ ਵੀ ਉੱਥੇ ਇਹੀ ਰਣਨੀਤੀ ਅਪਣਾਈ ਹੈ, ਪਰ ਆਉਣ ਵਾਲੇ ਸਮੇਂ ਦੇ ਵਿੱਚ ਇਸ ਨੂੰ ਇੱਕ ਵੀ ਅੱਖਾਂ ਮਾਰ ਕੇ ਖਾਲਿਸਤਾਨ ਨਹੀਂ ਬਣਦਾ। ਮਾਵਾਂ ਦੇ ਪੁੱਤ ਮਰਵਾ ਲਏ ਤੇ ਫਿਰ ਅੱਖਾਂ ਮਾਰਨੀਆਂ। ਕੀ ਕਹਿਣਾ ਚਾਹੋਗੇ ਤੁਸੀਂ? ਜਿਹੜੀ ਕੱਲ ਦੀ ਮੀਟਿੰਗ ਹੋਈ ਹੈ ਜੀ, ਪਹਿਲੀ ਗੱਲ ਤੇ ਇਹ ਜਿਹੜੀ ਇੱਕ ਕਮੇਟੀ ਬਣੀ ਆ, ਤੇ ਕਮੇਟੀ ਸਿਰਫ ਬਣੀ ਆ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ, ਉੱਥੇ ਆਪਣੀਆਂ ਕੀੜਾ ਕੱਢਣ ਵਾਸਤੇ ਨਹੀਂ ਬਣੀ। ਬਿਲਕੁਲ। ਕੱਲ ਦੀ ਮੀਟਿੰਗ ਚ ਬਾਬਾ ਦਾਦੂਵਾਲ ਨੇ ਸੁਖਬੀਰ ਸਿੰਘ ਬਾਦਲ ਤੇ ਸੰਗੀਨ ਦੋਸ਼ ਲਾਏ। ਉਹਨੇ ਕਿਹਾ ਸੌਦਾ ਸਾਹਿਬ ਨੂੰ ਮਾਫੀ ਕਿਹਨੇ ਦਿੱਤੀ ਹੈ? ਸੁਖਬੀਰ ਸਿੰਘ ਬਾਦਲ। ਬਰਗਾੜੀ ਕਾਂਡ ਕਿਹਦੇ ਸਮੇਂ ਹੈ? ਸੁਖਬੀਰ ਸਿੰਘ ਬਾਦਲ। ਬਹਿਬਲ ਕਲਾਂ 'ਚ 2 ਜਵਾਨ ਬਣੇ ਸੁਖਬੀਰ ਸਿੰਘ ਬਾਦਲ। ਤੇ ਕਮੇਟੀ 'ਚ ਕਿਉਂ, ਜਿਹਦੇ ਤੇ ਇੰਨੇ ਸੰਗੀਨ ਇਲਜ਼ਾਮ ਹੋਣ, ਉਹ ਕਮੇਟੀ 'ਚ ਕਿਉਂ? ਫਿਰ ਦੂਸਰੀ ਚੀਜ਼ ਐਸਜੀਪੀਸੀ ਦੀ ਕਲਾਸ ਚਲਾਈ ਆ ਕਿ ਤੁਸੀਂ ਜਦੋਂ ਨਾ ਪਾਉਣਾ ਹੁੰਦਾ ਨਾ, ਇੱਕ ਪਾਸੇ ਧਾਰਮਿਕ ਸ਼ਖਸੀਅਤਾਂ ਦੀ ਤੁਸੀਂ ਗੱਲ ਕਰਦੇ, ਉਹਨਾਂ ਨੂੰ ਮਾਨ ਸਤਿਕਾਰ ਦਿੰਦੇ ਹੋ, ਦੂਜੇ ਫਿਰ ਸਿਆਸੀ ਤੌਰ ਤੇ ਪਹਿਲੇ ਨੰਬਰ ਤੇ ਸੁਖਬੀਰ ਬਾਦਲ ਨਾਮ ਲਿਖਿਆ ਹੁੰਦਾ। ਜਾਂ ਦਿਓ ਜੀ ਸਪਸ਼ਟੀਕਰਨ। ਚਾਵਲਾ ਸਾਹਿਬ ਇੱਥੇ ਮੱਕੜ ਸਾਹਿਬ ਪ੍ਰਧਾਨ ਹੁੰਦੇ ਸੀ ਕਿ ਮੱਕੜ ਸਾਹਿਬ ਦੇ ਟਾਈਮ ਦੇ ਉੱਤੇ ਜਥੇਦਾਰ ਅਕਾਲ ਤਖਤ ਦਾ ਦੂਸਰਾ ਬਿਆਨ ਹੁੰਦਾ ਸੀ, ਤੇ ਹੈਡੇ ਵੀ ਮੱਕੜ ਦਾ ਕੱਢਿਆ, ਇਹਨਾਂ ਜਥੇਦਾਰ ਦਾ ਨਹੀਂ। ਮੈਂ ਇਹਨਾਂ ਦੇ ਪੀਆਰਓ ਕੋਲੇ ਗਿਆ, ਮੈਂ ਕਿ ਭਾਈ ਮੈਨੂੰ ਇੱਕ ਗੱਲ ਦੱਸ ਦੇ, ਜੇ ਜਥੇਦਾਰ ਸੁਪਰੀਮ ਆ ਤੇ ਫਿਰ ਉਹ ਪਿੱਛੋਂ ਕਿਉਂ? ਉਹ ਪਹਿਲਾਂ ਹੋਣਾ ਚਾਹੀਦਾ। ਉਹ ਕਹਿੰਦਾ ਜੀ ਸਾਡੀ ਮਜਬੂਰੀ ਆ। ਮੈਂ ਕਿਹਾ ਤੇਰੀ ਮਜਬੂਰੀ ਦੂਰ ਕਰ। ਕੁਦਰਤੀ ਪ੍ਰੈਸ ਕਾਨਫਰੰਸ ਗਏ, ਮੈਂ ਮੱਕੜ ਸਾਹਿਬ ਨੂੰ ਸਵਾਲ ਪੁੱਛ ਲਈ, ਜਥੇਦਾਰ ਸੁਪਰੀਮ ਆ ਜੀ? ਕਹਿੰਦੇ ਬਿਲਕੁਲ ਸੁਪਰੀਮ। ਤੁਸੀਂ ਮੰਨਦੇ ਹੋ? ਕਹਿੰਦੇ ਮੰਨਦੇ। ਮੈਂ ਕਿਹਾ ਤੁਹਾਡੇ ਜਦੋਂ ਪ੍ਰੈਸ ਨੋਟ ਆਉਂਦਾ ਵਾ, ਤੁਹਾਡੀ ਇਕੱਠਿਆਂ ਦੀ ਕੋਈ ਮੀਟਿੰਗ ਹੁੰਦੀ ਆ ਤੇ ਨਾ ਤਾਂ ਤੁਹਾਡਾ ਪਿਆ ਹੁੰਦਾ, ਜਥੇਦਾਰ ਲੱਭ ਨਹੀਂ ਕਿਤੇ ਉੱਥੇ। ਕਹਿੰਦਾ ਮੇਰੀ ਜਾਣਕਾਰੀ ਚ ਨਹੀਂ, ਪਤਾ ਕਰ। ਤੇ ਫਿਰ ਮੱਕੜ ਦੇ ਕਹਿਣ ਤੇ ਉਹਨਾਂ ਮੁਲਾਜ਼ਮਾਂ ਨੇ ਜਿਹੜਾ ਸੀ ਜਥੇਦਾਰ ਨੂੰ ਪ੍ਰੈਫਰ ਕੀਤਾ ਵੀ ਨਹੀਂ, ਪਹਿਲੇ ਨੰਬਰ ਤੇ ਰੱਖੋ। ਇੱਥੇ ਵੀ ਬਾਬੇ ਦਾਦੂਵਾਲ ਨੇ ਇਹ ਗੱਲ ਕਹੀ ਵੀ ਧਾਰਮਿਕ ਸ਼ਖਸੀਅਤਾਂ ਪਹਿਲੇ ਨੰਬਰ ਤੇ ਹੋਣੀ ਚਾਹੀਦੀਆਂ। ਫਿਰ ਜਿਹੜਾ ਕੱਲ ਇਹਨਾਂ ਪ੍ਰੈਸ ਨੂੰ ਜਾਰੀ ਕੀਤਾ, ਉੱਤੇ ਬਾਬਾ ਹਰਨਾਮ ਸਿੰਘ ਖਾਲਸਾ ਦਮਦਮੀ ਟਕਸਾਲ ਤੇ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲੇ ਦਾ ਪਹਿਲੇ ਨੰਬਰ ਤੇ ਦੂਜੇ ਨੰਬਰ ਨਾ ਪਾਇਆ। ਉਸ ਤੋਂ ਬਾਅਦ ਬਾਕੀ ਨਾ ਪਾਏ ਨਾ। ਦੂਸਰੀ ਚੀਜ਼, ਮਾਨ ਸਾਹਿਬ ਕੱਲ ਆਪ ਤੇ ਆਏ ਨਹੀਂ, ਜਸਕਰਨ ਸਿੰਘ ਕਾਹਨ ਸਿੰਘ ਵਾਲਾ ਆਇਆ, ਉਹਨੇ ਵੀ ਇੱਕ ਲੈਟਰ ਦਿੱਤੀ ਤੇ ਬਾਬੇ ਦਾਦੂਵਾਲ ਲੈਟਰ ਦਿੱਤੀ। ਬਾਬੇ ਦਾਦੇ ਜੋ ਆਪਾਂ ਗੱਲਾਂ ਕੀਤੀਆਂ ਸਾਰੀਆਂ ਉਹਨੇ ਆਪਣੀ ਲੈਟਰ ਚ ਲਿਖੀਆਂ। ਕਾਹਨ ਸਿੰਘ ਵਾਲਿਆਂ ਨੇ ਕਿਹਾ ਜੀ ਵੇਖੋ ਆਪਣੀ ਖਾਲਿਸਤਾਨ ਜੇ ਮਨ, ਜਿੰਨਾ ਚਿਰ ਅਸੀਂ ਆਪਣੀ ਖਾਲਿਸਤਾਨ ਦੀ ਮੰਗ ਨੂੰ ਪੂਰੀ ਨਹੀਂ ਕਰਦੇ, ਉਹਦੇ ਤੇ ਸਾਨੂੰ ਕੋਈ ਇਨਸਾਫ ਦੀ ਆਸ ਨਹੀਂ ਹੈਗੀ। ਸਾਰੇ ਚੁੱਪ ਵੀ ਭਾਈ ਤੂੰ ਵੀ ਆਪਣੀ ਲੈਟਰ ਦਿਆ, ਕੋਈ ਗੱਲ ਨਹੀਂ ਕਰ ਤੂੰ ਕੰਮ ਕਰ। ਪਰ ਅਸੀਂ ਇਹਨਾਂ ਨੂੰ ਇੰਨੀ ਗੱਲ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਇਹ ਬੰਦੀ ਸਿੰਘਾਂ ਦੀ ਰਿਹਾਈ ਲਈ ਇਹ ਕਮੇਟੀ ਬਣੀ। ਬਿਲਕੁਲ ਬਿਲਕੁਲ। ਬਾਕੀ ਕਿਹੜਾ ਕੋਣਾ ਫਿਰ ਕੱਢ ਲਿਓ, ਜੇ ਕਿਤੇ ਬੰਦੀ ਸਿੰਘਾਂ ਦੀ ਰਿਹਾਈ ਹੁੰਦੀ ਆ ਤੇ ਚੰਗੀ ਗੱਲ ਹੈ, ਤੇ ਜੇ ਇਹ ਰੁਕ ਗਈ ਤੇ ਤੁਹਾਨੂੰ ਕੌਮ ਨੇ ਕਦੇ ਮਾਫ ਨਹੀਂ ਕਰਨਾ, ਨਾ ਦਾਦੂਵਾਲ ਨੂੰ ਕਰਨਾ ਵਾ, ਤੇ ਨਾ ਮਾਨ ਨੂੰ ਕਰਨਾ, ਤੇ ਨਾ ਸਮੂਨੀ ਨੂੰ ਕਰਨਾ, ਸੁਖਬੀਰ ਨੂੰ ਕਰਨਾ, ਇਹਨੂੰ ਮਾਫ ਨਹੀਂ ਕਰਨਾ। ਹਾਂ, ਗੁਰਸ਼ਰਨ ਮੰਡ ਦੀ ਬੱਲੇ ਬੱਲੇ ਹੋ ਜਾਣੀ ਕਿ ਮੈਂ ਤਾਂ ਚੈਲੰਜ ਕੀਤਾ ਸੀ ਇਹਨਾਂ ਜਥੇਬੰਦੀਆਂ ਨੂੰ ਕਿ ਮੈਂ ਇਕੱਲਾ ਹੀ ਕਾਲੀ ਝੰਡੀ ਲੈ ਕੇ ਤੇ ਵਿਰੋਧ ਕਰੂੰਗਾ। ਹਾਂਜੀ, ਮੈਂ ਵੀ ਸਿੱਖਾਂ ਦੇ ਘਰ ਜੰਮਿਆ। ਚਲੋ ਉਹ ਜੰਮੇ ਵਿਰੋਧ ਕਰੇ, ਉਹਦਾ ਹੱਕ ਬਣਦਾ, ਕਰੀ ਜਾ ਵਿਰੋਧ। ਉਹ ਕਰੀ ਜਾਂਦਾ, ਬਿੱਟਾ ਕਰੀ ਜਾਂਦਾ, ਬਿੱਟੂ ਕਰੀ ਜਾਂਦਾ, ਕੀ ਫਰਕ ਪੈਂਦਾ? ਪਰ ਲੈਂਗੁਏਜ ਤੇ ਗੱਲ ਤੇ ਲੈਂਗੁਏਜ ਦੀ ਹੈ ਨਾ, ਗੱਲ ਤੇ ਲੈਂਗੁਏਜ, ਗੱਲ ਤੇ ਆਉਣ ਦਾ ਰੈਕਡ ਆ ਗੱਲ। ਜਦੋਂ ਦੂਜੇ ਤੁਸੀਂ ਕਿਸੇ ਨਾਲ ਗੱਲ ਕਰਦੇ ਤੇ ਉਹ ਇਸ ਤਰ੍ਹਾਂ ਦੀਆਂ ਐਗਜ਼ਾਮਪਲ ਵੀ ਦਿੰਦੇ ਨੇ, ਆਹ ਦੇਖੋ ਇਹ ਵੀ ਤਾਂ ਸਿੱਖੀ ਆ, ਵੇਖਣ ਨੂੰ ਸਿੱਖ। ਕਿਸੇ ਵੇਲੇ ਮਜੀਠੀਆ ਪਰਿਵਾਰ ਦੀ ਟੂਟੀ ਬੋਲਦੀ ਸੀ ਜਦੋਂ ਸੁੰਦਰ ਸਿੰਘ ਮਜੀਠੀਆ ਹੁੰਦੇ ਸੀ। ਜੀ ਜੀ ਜੀ। ਐਵੇਂ ਨਹੀਂ, ਸਾਹਿਬ ਬਹਾਦਰ ਦਾ, ਸਰਦਾਰ ਬਹਾਦਰ ਦਾ, ਰਾਏ ਬਹਾਦਰ ਦੀ ਕਿਤਾਬ ਨਹੀਂ ਮਿਲ ਜਾਂਦੀ। ਲੇਕਿਨ ਅੱਜ ਉਹ ਚੀਜ਼ਾਂ ਨੂੰ ਕਿੱਥੇ ਲੈ ਕੇ ਬੈਠੇ ਨੇ। ਬਿਲਕੁਲ ਬਿਲਕੁਲ। ਜਿੱਥੇ ਉਹਨਾਂ ਚੰਗੇ ਕੰਮ ਕੀਤੇ ਆ, ਉਹ ਚੰਗੇ ਤੇ ਪਿੱਛੇ ਰਹਿ ਜਾਂਦੇ ਆ। ਇਹ ਗੱਲਾਂ ਅੱਗੇ ਆ ਜਾਂਦੀਆਂ ਵੀ ਇਹ ਅੰਗਰੇਜ਼ਾਂ ਦੇ ਚਮਚੇ ਸੀ। ਬਿਲਕੁਲ ਬਿਲਕੁਲ। ਚਲੋ ਉਹਨਾਂ ਦੇ ਪਿੱਠੂ ਸੀ ਜੀ। ਗੱਲ
ਗੱਲ ਇਹ ਕਿ ਪਾਪੂਲੇਸ਼ਨ ਕੀ ਸੀ, ਲੋਕ ਅਨਪੜ੍ਹਤਾ ਸੀ, ਜਿਹੜੇ ਚਾਟੜੀ ਕਰਦੇ ਸੀ ਉਹਨਾਂ ਦੇ ਕੋਲ ਸਭ ਕੁਝ ਆ ਗਿਆ। ਬਹਾਦਰ ਦੇ ਖਿਤਾਬ ਵੀ ਅੱਜ ਵੀ ਜਿਹੜੇ ਚਾਟੜੀ ਕਰਦੇ ਨੇ, ਚਮਚਾ ਚੱਟ ਨੇ, ਜਿਹੜੇ ਤਲਵੇ ਚੱਟ ਨੇ, ਉਹਨਾਂ ਨੂੰ ਸਭ ਕੁਝ ਮਿਲਦਾ, ਅਜੇ ਵੀ ਅਵਾਰਡ ਮਿਲਦੇ ਨੇ। ਤੁਸੀਂ ਬਿਲਕੁਲ ਠੀਕ ਕਰ ਰਹੇ ਹੋ, ਬਿਲਕੁਲ ਠੀਕ ਕਰ ਰਹੇ ਹੋ। ਜਿੰਨੇ ਵੀ ਅਵਾਰਡ ਮਿਲਦੇ ਆ ਨਾ ਉਹ ਉਹਨਾਂ ਨੂੰ ਮਿਲਦੇ ਆ ਜਿਹੜੇ ਚਾਪਲੂਸੀ ਕਰਦੇ, ਜਿਹੜੇ ਕੰਮ ਕਰਦੇ ਉਹਨਾਂ ਅਵਾਰਡ ਨਹੀਂ ਮਿਲਦੇ ਜੀ। ਦੇਖੋ ਅੱਛਾ, ਹੁਣ ਇਤਿਹਾਸ ਨੂੰ ਜੇਕਰ ਇਤਿਹਾਸ ਨੂੰ ਜਦੋਂ ਤੁਸੀਂ ਫਰੋਲਦੇ ਆ, ਇਤਿਹਾਸ ਪੜ੍ਹਦੇ ਆ, ਇਤਿਹਾਸ ਨਾਲ ਮੱਥਾ ਮਾਰਦੇ ਆ, ਲਿਖਤਾਂ ਪੜ੍ਹਦੇ ਆ, ਯਾਰ ਇਦੋਂ ਗਿਰਕੇ ਹੋਏ ਬੰਦੇ ਕਿਹੜੇ ਸੀ ਜਿਹੜੇ ਡੋਲੇ ਵੀ ਛੱਡ ਆਉਂਦੇ ਸੀ ਆਪਣੇ। ਜੀ 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 ਚਲੋ ਆਪਾਂ ਅੱਗੇ ਆ ਜਾਈਏ, ਵਾਪਸ ਆ ਜਾਈਏ। ਅਵਾਰਡ ਤੇ ਉਹਨਾਂ ਨੂੰ ਮਿਲਣੇ ਹੀ ਮਿਲਣੇ, ਅਵਾਰਡ ਮਿਲਣੇ ਆ ਤਲਵੇ ਚੱਟ ਨੂੰ, ਬੰਦੇ ਨੂੰ, ਚਾਹੇ ਉਹ ਦੇਸ਼ਾਂ ਵਿਦੇਸ਼ਾਂ 'ਚ ਮੀਡੀਆ ਕਰਮੀ ਹੋਵੇ, ਚਾਹੇ ਉੱਥੋਂ ਦਾ ਕੋਈ ਰਾਜਨੀਤਿਕ ਹੋਵੇ, ਚਾਹੇ ਉੱਥੋਂ ਵਾਲਾ ਮੀਡੀਆ ਕਰਮੀ ਹੋਵੇ। ਉਹਨਾਂ ਦੀ ਤਨਖਾਹਾਂ ਵੇਖ ਲਓ, ਉਹਨਾਂ ਦੀ ਜਾਇਦਾਦਾਂ ਵੇਖ ਲਓ, ਤੇ ਫਿਰ ਆਪਣੇ ਆਪ ਹੀ ਜਦੋਂ ਕਿਤੇ ਕੈਲਕੂਲੇਸ਼ਨ ਕਰਕੇ ਪਤਾ ਲੱਗ ਜਾਂਦਾ ਵੀ ਤੇਰੀ ਤਨਖਾਹ ਕਿੰਨੀ ਤੇ ਤੇਰੀ ਸੰਪਤੀ ਕਿੰਨੀ, ਹੈ ਨਾ। ਤਲਵੇ ਚੱਟ ਕੇ ਬਣੀ ਨਾ ਫਿਰ। ਬਿਲਕੁਲ ਦੀਵੇ ਤਲੇ ਅੰਧੇਰੇ ਵਾਲੀ ਗੱਲ ਹੈ। ਮਾਈਨਿੰਗ ਮੰਤਰੀ ਦੇ ਵਿਧਾਨ ਸਭਾ ਹਲਕੇ ਵਿੱਚ 20 ਫੁੱਟ ਤੱਕ ਮਾਈਨਿੰਗ ਆ। ਪੰਚਾਇਤ ਤੇ ਹੋਈ FIR। ਮੈਂ ਪਹਿਲਾਂ ਕਾਲ ਲੈ ਲਾਂ, ਛੋਟੀ ਰੱਖਣ ਦੀ ਕੋਸ਼ਿਸ਼ ਕੀਤੀ ਜਾਵੇ ਜੀ ਗੱਲ। ਵੈਲਕਮ ਜੀ। ਹਾਂਜੀ, ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਜੀ। ਕੁਇਕਲੀ ਕੀ ਕਹਿਣਾ? ਸਤਿ ਸ੍ਰੀ ਅਕਾਲ। ਪੱਟੀ ਸਾਹਿਬ, ਤੁਸੀਂ 3 ਬੰਦਿਆਂ ਦੇ ਨਾਂ ਲਏ ਨੇ ਹੁਣ, ਸਾਧੂਵਾਲ ਦਾ, ਸੁਖਬੀਰ ਸਿੰਘ ਦਾ ਤੇ ਤੀਜਾ ਸਿਮਰਜੀਤ ਮਾਨ ਦਾ। ਇਹਨਾਂ ਨੇ ਹੁਣ ਤੱਕ ਸਿੱਖ ਕੌਮ ਵਾਸਤੇ ਕਿਹੜਾ ਚੰਗਾ ਕੰਮ ਕੀਤਾ ਜਿਹੜਾ ਇਹਨਾਂ ਦੀ ਕੰਟਰੀਬਿਊਸ਼ਨ ਕੋਈ ਇੱਕ ਹੈ? ਤੇ ਤੁਸੀਂ ਇਹ ਗੱਲ ਬਾਅਦ ਚ ਕਿਹਾ ਸੀਗਾ ਵੀ ਜੇ ਹੁਣ ਇਸ ਦੇ ਵਿੱਚ ਇਹਨਾਂ ਨੇ ਕੀਤਾ ਤੇ ਇਹਨਾਂ ਨੂੰ ਪੰਥ ਨੇ ਪੁੱਛਣਾ ਨਹੀਂ। ਇਹਨਾਂ ਦੇ ਪੰਥ ਨੂੰ ਪੁੱਛਣ ਵਾਸਤੇ ਕੁਝ ਇਹਨਾਂ ਕੋਲ ਹੈ ਹੀ ਨਹੀਂ ਕੁਛ। ਜਿਹੜੇ ਅਸੀਂ ਤੁਰੇ ਫਿਰਦੇ ਆ ਨਾ, ਅਸੀਂ ਇਹਨਾਂ ਸਿਰਫ ਲਾਈ ਲੱਗ ਕਰਕੇ ਤੁਰੇ ਫਿਰਦੇ ਆ। ਬਾਕੀ ਤੁਹਾਡੇ ਵਿਚਾਰ ਨੇ। ਥੈਂਕ ਯੂ ਵੈਰੀ ਮਚ ਜੀ। ਜਿਹੜੀ ਗੱਲ ਤੁਸੀਂ ਕਹੀ ਹੈ ਜੀ, ਮੈਂ ਇਸ ਲੈਵਲ ਤੇ ਨਹੀਂ ਕਿਹਾ, ਸਿਆਸੀ ਤੌਰ ਤੇ ਉਹ ਅੱਜ ਵੀ ਮਜ਼ਬੂਤ ਹੈ। ਸੁਖਬੀਰ ਸਿੰਘ ਬਾਦਲ ਅੱਜ ਵੀ ਬਾਕੀ ਸਾਰੇ ਨਾਲ ਮਜ਼ਬੂਤ ਹੈ। ਮੈਂ ਦਬਲ ਕਹਿੰਦਾ ਜੀ, ਨਿਤੜਕ ਹੋ ਕੇ ਕਹਿੰਦਾ। ਮੈਂ ਕਿਉਂ ਕਹਿੰਦਾ? ਇੰਨਾ ਕੁਝ ਹੋਣ ਦੇ ਬਾਵਜੂਦ ਵੀ ਸੁਖਬੀਰ ਸਿੰਘ ਬਾਦਲ ਦਾ ਜ਼ਿਲ੍ਹਾ ਪ੍ਰਧਾਨ ਤੇ ਕੀ ਸਰਕਲ ਦਾ ਪ੍ਰਧਾਨ ਨਹੀਂ ਤੋੜ ਸਕਿਆ ਵਿਰੋਧੀ ਧਿਰ। ਵਿਖਾ ਦਿਓ ਤੋੜੀ, ਜਿੰਨੇ ਮਰਜ਼ੀ ਸੁਪਨੇ ਲਾਈਓ ਤੁਸੀਂ। ਜਿਹੜੀ ਗੱਲ ਚਾਵਲਾ ਸਾਹਿਬ ਨੇ ਗੱਲ ਕਹੀ, ਠੀਕ ਆ, ਅਵਾਰਡ ਮਿਲਦੇ ਚਮਚਾ ਗਰੀਨਾ, ਕੰਮ ਕਰਨਾ ਨਹੀਂ ਮਿਲਦਾ। ਅਸੀਂ ਮੈਂ ਗੱਲ ਕਹਿੰਦਾ ਵੀ ਆਮ ਸਿੱਖ ਜਿਹੜੇ ਆ ਉਹਨਾਂ ਦੇ ਮਨ ਦੇ ਵਿੱਚ ਐਗਜ਼ਾਮਪਲ ਵੀ ਦੇ ਦਿੱਤੀ ਸਰਦਾਰ ਸੁੰਦਰ ਸਿੰਘ ਮਜੀਠੀਆ ਜੀ। ਆਮ ਸਿੱਖ ਨੇ ਇਤਿਹਾਸ ਨੇ ਕਦੀ ਮਾਫ ਨਹੀਂ ਕਰਨਾ। ਜੇ ਤੁਸੀਂ ਅਜੇ ਵੀ ਨਾ ਬੰਦੀ ਸਿੰਘਾਂ ਦਾ ਕੋਈ ਸਵਾਰਿਆ ਇੱਥੇ ਆ ਕੇ ਵੀ, ਤੁਹਾਨੂੰ ਇਤਿਹਾਸ ਕਦੀ ਮਾਫ ਨਹੀਂ ਕਰੇ ਜੀ। ਆਉਣ ਵਾਲੀਆਂ ਪੀੜ੍ਹੀਆਂ ਮਾਫ ਨਹੀਂ ਕਰਨੀ, ਜਾਂ ਜਦੋਂ ਮਰਜ਼ੀ ਕਰ ਲਈ, ਅਸੀਂ ਕੋਈ ਗੱਲ ਨਹੀਂ। ਇਸ ਕਰਕੇ ਵਿਰਕ ਸਾਹਿਬ ਚਿੰਤਾ ਨਾ ਕਰੋ। ਇਤਿਹਾਸ ਬੜੀ ਇੱਕ ਸਾਡਾ ਜਿਹੜਾ ਨਾ ਵਿਰਸਾ ਆ, ਵਿਰਸੇ 'ਚ ਬੜਾ ਕੁਛ ਛੁਪਿਆ ਹੁੰਦਾ। ਜਿਹੜਾ ਜਥੇਦਾਰ ਰੂਪ ਸਿੰਘ ਨੇ ਕੀਤਾ ਕੀ ਸੀ? ਇੱਕ ਸਰੂਪਾ ਦਿੱਤਾ ਸੀ ਸਰਦਾਰ। ਅੱਜ ਰੋਜ਼ ਸਰੂਪੇ ਦਿੱਤੇ ਜਾਂਦੇ ਪੰਥ ਬੁੱਧੀਆਂ। ਪੁੱਛਦਾ ਨਹੀਂ, ਆਉਣ ਵਾਲਾ ਸਮਾਂ ਦੱਸੇਗਾ ਜੋ ਇਤਿਹਾਸ ਲਿਖਿਆ ਜਾਏਗਾ ਨਾ। ਇਤਿਹਾਸ ਕਹੇਗਾ ਵੀ ਆ ਕੁਛ ਗਲਤ ਹੋਇਆ। ਇੱਕ ਪਾਸੇ ਸਾਰੀ ਵਾਹ ਲੱਗੀ ਹੋਈ ਹੈ ਕਿ ਜਗਦੀਸ਼ ਟਾਈਟਲ ਜਿਹੜਾ ਵਾ ਉਹ 1984 ਦੀ ਉਸ ਕਤਲੇਆਮ ਦੇ ਵਿੱਚ ਸ਼ਾਮਲ ਹੈ। ਉਹਦੀ ਇੱਕ ਵੀਡੀਓ ਦੇ ਵਿੱਚ ਵੀ ਉਹ ਦਿਖਾਇਆ ਜਾਂਦਾ ਜੋ ਕੁਝ ਬੋਲਦਾ। ਇੱਕ ਪਾਸੇ ਸ਼੍ਰੋਮਣੀ ਅਕਾਲੀ ਦਲ ਦਾ ਚੰਡੋਕ ਵਾ, ਹਾਂਜੀ, ਥਾਪੜਾ ਸੀ ਜਿਹੜਾ ਸਰੂਪਾ ਦਿੰਦਾ, ਉਹਨੂੰ ਸਰੂਪਾ ਉਹ ਦਿੰਦਾ। ਇਹ ਹੁਣ ਕੋਈ ਹੋਰ ਹੋਸਟ ਤੇ ਬੋਲੂਗਾ ਨਹੀਂ। ਜਿਹਨੇ ਪੜ੍ਹਿਆ ਲਿਖਿਆ ਜਾਂ ਜਿਹੜਾ ਜੁਰਤ ਰੱਖਦਾ ਹੈ ਗੱਲ ਬੋਲਣ ਦਾ, ਉਹੀ ਬੋਲੂ। ਕਿਸੇ ਮੰਚ ਤੋਂ ਤੁਸੀਂ ਸੁਣੋਗੇ ਇਹੋ ਜਿਹੀ ਗੱਲ ਜੋ ਪੱਤਰਕਾਰ ਕਹਿਤਾ? ਠੀਕ ਹੈ, ਚਲੋ ਐਨੀਵੇ ਆਪਾਂ ਮਾਈਨਿੰਗ ਵਾਲੇ ਮਾਮਲੇ ਚੱਲੀਏ। ਤੇ ਮਾਈਨਿੰਗ ਦੇ ਵਿੱਚ ਪਿੱਛੇ ਜੇ ਖਬਰ ਹੋ ਗਈ ਸੀਗੀ ਕਿ ਪਾਰਟੀ ਬਾਰੇ ਹੋ ਕਹਿੰਦਾ ਜੀ, ਕਮੇਟੀ ਬਾਰੇ ਜੀ, ਕੱਲ ਫਿਰ ਕਾਲਕੇ ਨੇ ਹਿੱਤ ਤੇ ਇਲਜ਼ਾਮ ਲਾਇਆ, ਹਿੱਤ ਨੇ ਕਾਲਕੇ ਤੇ ਲਾਇਆ। ਉਹ ਭਾਈ ਇਹ ਇਲਜ਼ਾਮ ਦਾ ਮੌਕਾ ਨਹੀਂ, ਉਹ ਦੋਨਾਂ ਦੇ ਹਿੱਤ ਆ, ਦੋਨਾਂ ਦੇ ਹਿੱਤ। ਚਲੋ ਆਪਾਂ ਮਾਈਨਿੰਗ ਮੰਤਰੀ ਦੀਵੇ ਤਲੇ ਅੰਧੇਰੇ ਵਾਲੀ ਗੱਲ ਕਰ ਲਈਏ। ਕੁਇਕਲੀ 5 ਮਿੰਟ ਨੇ ਆਪਣੇ ਕੋਲ। ਹਰਜੋਤ ਸਿੰਘ ਜਿਹੜੇ ਬੈਂਸ ਸਾਡੇ ਮਾਈਨਿੰਗ ਮੰਤਰੀ, ਜਿਨ੍ਹਾਂ ਕਿਹਾ ਸੀ 1 ਕਿਲੋ ਵੀ ਅਸੀਂ ਰੇਤ ਦੀ ਜਿਹੜੀ ਆ ਉਹ ਮਾਈਨਿੰਗ ਨਹੀਂ ਹੋਣ ਦਿਆਂਗੇ ਜੀ ਜੀ। ਇਹਨਾਂ ਦੇ ਆਪਣੇ ਇਲਾਕੇ ਦੇ ਵਿੱਚ ਇੱਕ ਮਜ਼ਾਰੀ ਪਿੰਡ ਪੈਂਦਾ। ਅੱਛਾ ਜੀ।
ਉਸ ਪਿੰਡ ਦੀ ਪੰਚਾਇਤ ਨੇ ਆਪਣੀ 20 ਏਕੜ ਜ਼ਮੀਨ 20 ਫੀਟ ਤੱਕ ਆਪਣੀ ਜ਼ਮੀਨ ਜਿਹੜੀ ਪੰਚਾਇਤੀ ਜ਼ਮੀਨ ਤੋਂ ਜਿਹੜੀ ਉਹ ਮਾਈਨਿੰਗ ਕਰਾਈ। ਅੱਛਾ ਜੀ। ਉਹ ਮਾਈਨਿੰਗ ਕਰਾਈ ਹੈ ਤੇ ਇਹਨਾਂ ਦੀ ਸ਼ਿਕਾਇਤ ਜੇਈ ਜਿਹੜਾ ਮਾਈਨਿੰਗ ਆ ਉਹਨੇ ਆ ਕੇ ਕੀਤੀ ਹੈ ਭਈ ਆਹ ਵੇਖੋ ਜੀ ਇੱਥੇ ਮਾਈਨਿੰਗ ਕਰਾਈ ਹੈ ਤੇ ਫਲਾਣੀ ਪੰਚਾਇਤ ਨੇ। ਜਸਵੀਰ ਸਿੰਘ ਨਾਂ ਦਾ ਵਿਅਕਤੀ ਹੈ ਜਿਹਨੇ ਇਹ ਸ਼ਿਕਾਇਤ ਕੀਤੀ ਹੈ ਤੇ ਨਾਲ ਜੇਈ ਨੇ ਰਲ ਕੇ ਸ਼ਿਕਾਇਤ ਕੀਤੀ ਪੁਲਿਸ ਨੂੰ, ਪੁਲਿਸ ਤੇ ਮੁਕੱਦਮਾ ਦਰਜ ਕਰ ਲਿਆ ਜੀ ਜੀ। ਉੱਥੇ ਲੇਡੀ ਸਰਪੰਚ ਹੈ ਕੁਲਵਿੰਦਰ ਕੌਰ। ਅੱਛਾ ਜੀ। ਉਹਦਾ ਘਰ ਵਾਲਾ ਗੁਰਚਰਨ ਸਿੰਘ ਆ। ਅੱਛਾ ਜੀ। ਉਹਦੇ ਖਿਲਾਫ ਦੇ ਨਾਲ ਪੰਚਾਇਤ ਦੇ ਖਿਲਾਫ ਪਰਚਾ ਦਰਜ ਹੋਇਆ। ਆਹਾ। ਉਹ ਇਹ ਗੱਲ ਕਹਿੰਦਾ ਵੀ ਵੇਖੋ ਇਹ ਤੇ ਮੈਂ ਸ਼ਿਕਾਇਤ ਆਪ ਕਰਦੇ ਨੇ ਇਸ ਗੱਲ ਦੀ ਕਿ ਵਾਕਿਆ ਤੇ ਮਾਈਨਿੰਗ ਕੌਣ ਕਰਦਾ ਦੱਸੋ ਸਾਨੂੰ ਤੁਸੀਂ। ਇਹਨਾਂ ਨੂੰ ਕੱਢੋ ਇੱਥੋਂ, ਕਿਹੜੇ ਕਰਦੇ ਆ ਤੁਸੀਂ? ਮੈਨੂੰ ਸਿਰਫ ਸਿਆਸੀ ਵੈਂਡੇਟੇ ਕਰਕੇ ਮੇਰੇ ਤੇ ਤੁਸੀਂ ਪਰਚਾ ਦੇ ਰਹੇ ਹੋ। ਦੇ ਦਿਓ, ਕੋਈ ਗੱਲ ਨਹੀਂ। ਉਹ ਪਿੰਡਾਂ ਦੇ ਵਿੱਚ ਹੁੰਦਾ ਨਾ, ਪਿੰਡ ਦਾ ਸਰਪੰਚ ਜੇਕਰ ਘਰ ਵਾਲੀ ਹੋਵੇ ਤਾਂ ਸਰਪੰਚੀ ਤਾਂ ਪਿੰਡ ਦਾ ਬੰਦੋ ਆਦਮੀ ਕਰਦਾ, ਤਾਂ ਕਰਕੇ ਹੁਣ ਆਟੇ ਨੂੰ ਪਲੇਥਣ ਲੱਗਾ। ਦੂਜੇ ਪਾਸੇ ਵੇਖੋ ਕ੍ਰਿਸ਼ਮੇ ਵਾਲੀ ਗੱਲ ਹੈ ਕਿ ਚਲੋ ਇਹ ਤਾਂ 20 ਫੁੱਟ ਹੈ। ਇਸੇ ਹੀ ਮਾਨ ਸਰਕਾਰ ਦਾ ਜੇ ਆਪੋਜੀਸ਼ਨ 'ਚ ਹੁੰਦਾ ਨਾ ਅੱਜ ਭਗਵੰਤ ਮਾਨ ਮੁੱਖ ਮੰਤਰੀ, ਤੇ ਇਹਨੇ ਬੜੇ ਵਿਅੰਗ ਕਰਨੇ ਸੀ, ਕਮੇਡੀ ਕਰਨੀ ਸੀ ਜਲਾਲਾਬਾਦ ਦੇ ਉਸ ਵਿਅਕਤੀ ਨੂੰ ਲੈ ਕੇ ਜਿਹੜਾ 5 ਕਿਲੋ ਰੇਤ 100 ਰੁਪਈਆ ਨਾਲ ਬਰਾਮਦ ਕੀਤਾ। ਇਹਨੇ ਕਮੇਡੀ ਕਰਨੀ ਸੀ ਤੇ ਉੱਥੋਂ ਦੇ ਪੱਤਰਕਾਰਾਂ ਨੇ ਵੀ ਜਿਹੜੇ ਇਹਦੇ ਨਾਲ ਹਮ ਪਿਆਲਾ ਨੇ ਉਹਨਾਂ ਨੇ ਧੂਣਾ ਪੱਟ ਦੇਣੀਆਂ ਸੀਗੀਆਂ, ਮੀਡੀਆ ਨੇ ਵੀ ਧੂਣਾ ਪੱਟ ਦੇਣੀਆਂ ਸੀ। ਅੱਜ ਕਿਸੇ ਨੂੰ ਖਬਰ ਨਹੀਂ ਦਿਖਾਈ ਦੇ ਰਹੀ। ਆਮ ਹੀ ਤੌਰ ਤੇ ਪਹਿਲਾਂ ਪਿੰਡਾਂ ਦੇ ਵਿੱਚ ਨਹਿਰਾਂ ਤੋਂ ਰੇਤਾ ਭਰ ਕੇ ਬੋਰੀਆਂ ਲੈ ਆਈਦੀਆਂ ਸੀ। ਮੈਂ ਥੋੜਾ ਸਪਸ਼ਟ ਕਰ ਰਿਹਾ ਇਸ ਬਾਰੇ ਜੀ। ਹਾਂਜੀ। ਰਾਜਾ ਵੜਿੰਗ ਨੇ ਕਿਹਾ ਕਿ ਤੁਰੰਤ ਕੇਸ ਵਾਪਸ ਲਵੋ। ਇਹ ਤੁਹਾਨੂੰ ਦੱਸਦਾ ਜੀ, 2 ਕੇ 3 ਜਿਹੜੇ ਹੈਗੇ ਨਾ SSP ਉਹ ਚੁਣ ਕੇ ਲਾਏ ਆ ਨੇ ਆਪਣੇ ਨੇ ਭਗਵੰਤ ਮਾਨ ਨੇ, ਜਿਹੜੇ PPS ਲਾਏ, ਬਾਕੀ ਸਾਰੇ IPS ਲਾਏ ਜਿਹਨੇ। ਉਹਨਾਂ ਦੇ ਵਿੱਚੋਂ ਇੱਕ ਫਾਜ਼ਿਲਕਾ ਦਾ ਭੁਪਿੰਦਰ ਸਿੰਘ ਸਿੱਧੂ ਜਿਹੜਾ ਉਹ ਲਾਇਆ ਅਕਾਲੀਆਂ ਦੇ ਟਾਈਮ ਦੇ ਉੱਤੇ। ਹਾਲੀ ਕਿ ਅਕਾਲੀ ਮੰਤਰੀ ਦਾ ਰਿਸ਼ਤੇਦਾਰ ਸੀ ਇੱਕ, ਉਹਨੇ ਕਿਹਾ ਜੀ ਤੈਨੂੰ ਮੈਂ SSP ਲਾਣਾ, ਉਹਨੂੰ ਕਹਿੰਦਾ ਭਾਜੀ ਰਹਿਣ ਦੇ ਇੱਥੇ ਮੇਰਾ ਕੋਈ ਜਿਹੜੇ ਕੰਮ ਤੁਸੀਂ ਕਹਿੰਦੇ ਮਿੱਠੋ ਨਹੀਂ ਹੋਣੇ। ਜੀ ਜੀ। ਹੁਣ ਉਹਨੂੰ SSP ਲਾਇਆ। ਹੋਇਆ ਕੀ ਹੈ, ਮਾਈਨਿੰਗ ਵਿਭਾਗ ਨੇ ਸ਼ਿਕਾਇਤ ਕੀਤੀ ਵੀ ਇੱਥੇ ਮਾਈਨਿੰਗ ਹੋਈ ਆ ਔਰ ਕਿਸਾਨ ਆਪ ਮੰਨਦਾ ਇਸ ਗੱਲ। ਕਿਸਾਨ ਕਿਸ਼ਨ ਸਿੰਘ ਨੇ ਆਪਣੀ ਜਿਹੜੀ ਬਾਈਟ ਦਿੱਤੀ, ਉਹਨੇ ਕਿਹਾ ਹਾਂ ਮੈਂ ਉੱਥੋਂ ਰੇਤ ਮਿੱਟੀ ਚੁੱਕੀ ਹੈ, ਮੇਰੀ ਜ਼ਮੀਨ ਉੱਚੀ ਸੀਗੀ, ਗੁਆਂਢੀਆਂ ਦੀ ਨੀਵੀਂ ਸੀ, ਉਹਨੂੰ ਬੈਲੈਂਸ ਕਰ ਚੁੱਕੀ। ਹੁਣ ਤੁਸੀਂ ਮਿੱਟੀ ਵੀ ਚੁੱਕਣੀ, ਰੇਤ ਚੁੱਕਣੀ ਹੈ ਤਾਂ ਤੁਹਾਨੂੰ ਮਾਈਨਿੰਗ ਡਿਪਾਰਟਮੈਂਟ ਕੋਲ ਪਰਮਿਸ਼ਨ ਲੈਣੀ ਪੈਣੀ ਕਿ ਮੈਂ ਆਪਣੀ ਜ਼ਮੀਨ ਬਰਾਬਰ ਕਰ। ਉਹਨੇ ਪਰਮਿਸ਼ਨ ਹੀ ਲਈ। ਉਹਨੇ ਜਿਹੜੀ ਮਾਈਨਿੰਗ ਕੀਤੀ ਆ ਉਹ 90 ਫੁੱਟ ਲੰਬਾਈ ਆ, 22 ਫੁੱਟ ਚੜਾਈ ਆ, 8.5 ਫੁੱਟ ਜਗਾਈ। ਇਹ ਮਾਈਨਿੰਗ ਕੀਤੀ। ਹੁਣ ਇਹਨਾਂ ਨੇ ਕੀ ਕੀਤਾ, ਉਹਨੂੰ ਬੰਦੇ ਨੂੰ ਫੜਿਆ, ਰੇਤ ਪਾਈ ਇੱਕ ਬੋਰੀ ਦੇ ਵਿੱਚ 5 ਕਿਲੋ, ਉੱਥੋਂ ਨਾਲ ਕਈ ਤੇ ਰੰਬਾਂ ਲਿਆ ਉਹਦੇ ਕੋਲ, ਜਾਂ ਨਾਲ ਕੋਲ ਦੇ ਕੋਲ ਉਹਨੂੰ ਥਾਣੇ ਲੈ। ਉਹਦੇ ਤੇ ਪਰਚਾ ਕੀ ਦਿੱਤਾ ਵੀ ਇਹ ਸੈਂਪਲ ਆ, ਜਿਵੇਂ ਸ਼ਰਾਬ ਦਾ ਸੈਂਪਲ ਆਏ, ਲੇਕਿਨ ਪਰਚਾ ਬਕਾਇਦਾ ਤੌਰ ਤੇ ਉਹ ਪੂਰੀ ਮਾਈਨਿੰਗ ਤੋਂ ਮੇਰੇ ਕੋਲ ਕਾਪੀ ਹੋ ਗਈ FIR ਦੀ। ਲੇਕਿਨ ਜਦੋਂ ਮੀਡੀਆ ਹੁੰਦਾ ਵਾ ਰੌਲਾ ਪੈਂਦਾ ਵਾ, ਤੁਹਾਨੂੰ ਪਤਾ ਲੱਗੇ ਹੁਣ ਉਹਨੇ ਜੋ ਕਹਿ ਦਿੱਤਾ ਸਰਕਾਰ ਦੇ ਮੁਤਾਬਕ ਉਹਨੇ ਮੰਨ ਲਿਆ। ਇਹ ਫੈਸਲਾ ਕੋਰਟ ਨੇ ਵਿੱਚ ਕਰਨਾ, ਪਰ ਲਾਲਾ ਤਾਂ ਜ਼ਿਆਦਾ ਇਹੀ ਹੋ ਰਹੀ ਹੈ ਨਾ। ਖੈਰ ਲਾਲਾ ਤਾਂ ਇਹੀ ਹੋ ਰਹੀ ਹੈ। ਬਹੁਤ ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਰੱਬ ਰਾਖਾ। ਜਦੋਂ ਕਿਤੇ ਮਜ਼ਾ ਆਉਣ ਲੱਗਦਾ ਤਾਂ ਤੁਸੀਂ ਧੰਨਵਾਦ ਕਰ ਦਿੰਦੇ। ਬਸ ਕੋਈ ਨਹੀਂ, ਕੱਲ ਨੂੰ ਤੁਹਾਨੂੰ ਪੂਰਾ ਦੇਵਾਂਗੇ ਮਜ਼ਾ। ਤੁਹਾਡੇ ਲਈ ਕਰ ਰਹੇ ਆ ਕਰਾ ਪੱਤਰਾ ਬਹੁਤ ਜਲਦੀ। ਸਾਡੇ ਸਰੋਤਿਆਂ ਵਾਸਤੇ ਤਾਂ ਸ਼ਾਇਦ ਉਹ ਸਹੀ ਨਾ ਹੋਵੇ, ਉਹ ਨਾ ਮੰਨਣ ਇਸ ਗੱਲ ਨੂੰ। ਅਸੀਂ ਕੱਟ ਕਰ ਰਹੇ ਸਮੇਂ ਦੇ ਵਿੱਚ। ਵੀ ਆਲਰੇਡੀ ਡਿਸਾਈਡ, ਬਟ ਜੇ ਸਾਨੂੰ 2-4 ਐਡਾਂ ਆ ਗਈਆਂ, ਸਾਡਾ ਬਜਟ ਘਾਟੇ ਵਾਧੇ ਵਾਲਾ ਪੂਰਾ ਨਾ, ਘਾਟਾ ਨਾ ਪਵੇ, ਪੱਲੇ ਹੋਣਾ ਪੈਣ, ਬੈਲੈਂਸ ਜਾ ਪਵੇ, 100-200 ਵੀ ਪੱਲੇ ਪੈ ਗਿਆ ਤਾਂ ਵੀ ਅਸੀਂ 1 ਘੰਟਾ ਰੱਖਾਂਗੇ। ਅਦਰਵਾਈਜ਼ ਨਹੀਂ ਸੀ ਇਸ ਨੂੰ, ਕਿਉਂਕਿ ਕਿੰਨਾ ਕੁ ਆਪਣਾ ਮਤਲਬ 2-2.5 ਸਾਲ ਹੋ ਗਏ ਪੱਲਿਓਂ, ਕਿੰਨਾ ਕੁ ਪੈ ਸਕਦਾ ਹੈ ਨਾ। ਵੀ ਅੱਜ ਸਹੀ ਹੋਊਗਾ, ਕੱਲ ਸਹੀ ਹੋਊਗਾ, ਪਰਸੋਂ ਸਹੀ ਹੋਊਗਾ। ਉਹ ਕਹਿੰਦੇ ਵਕਤ ਵਿਚਾਰੇ ਬੰਦਾ ਸੋਈ, ਹੈ ਨਾ, ਪਾਣੀ ਵੀ ਕਹਿੰਦੀ ਹੈ। ਸਮੇਂ ਦੇ ਹਿਸਾਬ ਨਾਲ ਚੱਲਣਾ ਜ਼ਰੂਰੀ ਆ। ਬਹੁਤ ਬਹੁਤ ਸ਼ੁਕਰੀਆ। ਬਾਕੀ ਤੁਹਾਡਾ ਪੂਰਾ ਖਿਆਲ ਰੱਖਾਂਗੇ ਜੀ। ਸ਼ੁਕਰੀਆ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।